ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 208 ਤੇ ਉਤੋਂ 7 ਲਾਈਨਾਂ ਛੱਡ ਕੇ ਹੈ। ਗੌੜੀ ਮਹਿਲਾ ਪੰਜਵਾਂ। ਅਨੂਪ ਪਦਾਰਥ ਨਾਮ ਸੁਣੋ, ਸਗਲ ਧਿਆਇਲੇ ਮੀਤਾ। ਹਰ ਔਖਦ ਜਾ ਕੋ ਗੁਰ ਦੀਆ, ਤਾਕੇ ਨਿਰਮਲ ਚੀਤਾ। ਅਨੂਪ ਜਿਹਦੇ ਵਰਗਾ ਹੋਰ ਕੋਈ ਨਾ ਹੋਵੇ। ਹਿੰਦੀ ਸ਼ਬਦ ਅਨੁਪਮ, ਅਨਉਪਮਾ, ਜਿਹਦੀ ਉਪਮਾ ਕਿਸੇ ਨਾਲ ਕੀਤੀ ਹੀ ਨਾ ਜਾ ਸਕੇ, ਦੱਸੇ ਹੀ ਨਾ ਜਾ ਸਕੇ ਫਲਾਣੇ ਵਰਗਾ ਹੈ, ਉਹਨੂੰ ਕਹਿੰਦੇ ਅਨੁਪਮ। ਉਹਨੂੰ ਗੁਰੂ ਨੇ ਲਿਖਿਆ ਅਨੂਪ, ਜਿਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ। ਅਨੂਪ ਪਦਾਰਥ ਨਾਮ ਸੁਣੋ। ਹੈ ਭਾਈ, ਪਰਮਾਤਮਾ ਦਾ ਨਾਮ ਅਨੂਪ ਪਦਾਰਥ ਹੈ। ਨਾਮ ਵਰਗਾ ਪਦਾਰਥ ਕੋਈ ਹੋਰ ਸੰਸਾਰ 'ਚ ਹੈ ਹੀ ਨਹੀਂ ਹੈ। ਇਸ ਲਈ ਸਗਲ ਧਿਆਇਲੇ ਮੀਤਾ, ਇਹ ਸਾਰੇ ਮਿੱਤਰੋ ਤੁਸੀਂ ਪਰਮਾਤਮਾ ਦਾ ਨਾਮ ਜਪੋ, ਕਿਉਂਕਿ ਨਾਮ ਪਰਮਾਤਮਾ ਦੇ ਨਾਮ ਵਰਗਾ ਹੋਰ ਕੋਈ ਸੰਸਾਰ 'ਚ ਪਦਾਰਥ ਹੀ ਨਹੀਂ ਹੈਗਾ। ਇੰਨਾ ਕੀਮਤੀ ਹੈ। ਬਾਕੀ ਸੰਸਾਰ ਦੇ ਜਿੰਨੇ ਪਦਾਰਥ ਨੇ ਸਭ ਦੀ ਕੀਮਤ ਪਾਈ ਜਾ ਸਕਦੀ ਹੈ, ਪਰ ਨਾਮ ਦੀ ਕੀਮਤ ਪਾਈ ਹੀ ਨਹੀਂ ਜਾ ਸਕਦੀ। ਇੰਨਾ ਕੀਮਤੀ ਹੈ, ਪਰ ਨਾ ਗਿਆਨ ਹੋਣ ਕਰਕੇ ਮਨੁੱਖ ਨਾਮ ਜਪਦੇ ਨਹੀਂ ਹੈਗੇ। ਤਾਂ ਉਹਨਾਂ ਕਿਹਾ ਕਿ ਭਾਈ ਸੁਣੋ, ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਐਸਾ ਪਦਾਰਥ ਹੈ ਜਿਹਦੇ ਵਰਗਾ ਹੋਰ ਕੋਈ ਪਦਾਰਥ ਹੈ ਹੀ ਨਹੀਂ ਹੈ। ਸਗਲ ਧਿਆਇਲੇ ਮੀਤਾ। ਹੇ ਮਿੱਤਰੋ, ਤੁਸੀਂ ਸਾਰੇ ਪਰਮਾਤਮਾ ਦਾ ਨਾਮ ਜਪੋ। ਹਰ ਔਖਦ ਜਾ ਕੋ ਗੁਰ ਦੀਆ। ਔਖਦ ਹਿੰਦੀ ਦਾ ਸ਼ਬਦ ਹੈ ਔਸ਼ਧੀ, ਦਵਾਈ, ਉਸ ਤੋਂ ਬਣੇ ਔਖਦ। ਹਰ ਔਖਦ ਜਾ ਕੋ ਗੁਰ ਦੀਆ। ਗੁਰੂ ਨੇ ਜਿਸ ਨੂੰ ਪਰਮਾਤਮਾ ਦੇ ਨਾਮ ਦੀ ਦਵਾਈ ਦਿੱਤੀ ਨਾ, ਤਾਂ ਕਿ ਨਿਰਮਲ ਚਿੱਤ, ਉਹਨਾਂ ਦੇ ਚਿੱਤ, ਉਹਨਾਂ ਦੇ ਮਨ ਨਿਰਮਲ ਹੋ ਗਏ, ਪਵਿੱਤਰ ਹੋ ਗਏ। ਕਿਉਂਕਿ ਨਾਮ ਜਪੀ ਗਏ, ਮਨ ਦੀ ਸਾਰੀ ਮੈਲ ਲਹਿੰਦੀ ਗਈ, ਅਖੀਰ ਨੂੰ ਮਨ ਪਵਿੱਤਰ ਹੋ ਗਿਆ। ਜਦੋਂ ਮਨ ਸਾਫ਼ ਹੋ ਜਾਂਦਾ, ਇਹ ਮਾੜੇ ਕਰਮ ਕਰ ਹੀ ਨਹੀਂ ਸਕਦਾ। ਅਸੀਂ ਉਹਨਾਂ ਚਿਰ ਹੀ ਮਾੜੇ ਸੋਚਦੇ ਹਾਂ, ਮਾੜੇ ਕਰਮ ਕਰਦੇ, ਜਿੰਨਾ ਚਿਰ ਸਾਡਾ ਮਨ ਮੈਲਾ ਹੈ। ਨਿਸ਼ਾਨੀ ਕੀ ਹੈ? ਆਪੇ ਹੀ ਪਤਾ ਲੱਗ ਜਾਏਗਾ। ਅਗਰ ਅੰਦਰ ਕੋਈ ਭੈੜਾ ਖਿਆਲ ਆ ਰਿਹਾ ਹੈ, ਕੋਈ ਬੁਰੇ ਕੰਮ ਕਰਨ ਦਾ ਖਿਆਲ ਆ ਰਿਹਾ, ਤਾਂ ਮਨ ਤੇ ਮੈਲਾ ਹੈ। ਮੈਲੇ ਮਨ ਨੇ ਭੈੜੇ ਖਿਆਲ ਪੈਦਾ ਕੀਤੇ। ਭੈੜੇ ਖਿਆਲ ਕਦੇ ਭੈੜੇ ਕਰਮ ਹੋ ਸਕਦੇ ਹਨ। ਇਸ ਲਈ ਜਦੋਂ ਵੀ ਭੈੜਾ ਖਿਆਲ ਆਵੇ, ਇਹ ਨਾ ਸਮਝੋ ਕਿ ਮੈਂ ਬੜੀ ਭਜਨਬੰਦੀ ਕਰੇ ਮੇਰਾ ਮਨ ਸਾਫ਼ ਹੈ। ਨਹੀਂ, ਇਹ ਤਾਂ ਮਨ ਅਜੇ ਮੈਲਾ ਹੈ। ਮੈਲੇ ਮਨ ਕਰਕੇ ਹੀ ਅੰਦਰ ਮੈਲੇ ਵਿਚਾਰ ਪੈਦਾ ਹੁੰਦੇ ਹਨ। ਨਾਮ ਜਪੀ ਜਾਣਾ, ਇੱਕ ਦਿਨ ਸਾਰੀ ਮੈਲ ਲੈ ਜਾਏਗੀ, ਮਨ ਸ਼ੁੱਧ ਅਤੇ ਪਵਿੱਤਰ ਹੋ ਜਾਵੇਗਾ। ਅੰਧਕਾਰ ਮਿਟਿਓ ਤਿਹ ਤਨ ਤੇ, ਗੁਰ ਸ਼ਬਦ ਦੀਪਕ ਪ੍ਰਗਾਸਾ। ਗੁਰੂ ਦੇ ਦਿੱਤੇ ਸ਼ਬਦ ਰਾਹੀਂ ਜਿਵੇਂ ਦੀਵਾ ਜਿਹੜਾ ਹੈ ਪ੍ਰਕਾਸ਼ ਕਰਦਾ ਹੈ, ਇਸ ਤਰ੍ਹਾਂ ਗੁਰੂ ਦਾ ਸ਼ਬਦ ਜਿਹੜਾ ਅੰਦਰ ਸਾਡੇ ਪ੍ਰਕਾਸ਼ ਕਰਦਾ ਹੈ। ਦੀਵਾ ਬਾਹਰ ਪ੍ਰਕਾਸ਼ ਕਰਦਾ, ਇਹ ਬਾਹਰ ਚਾਨਣ ਦਿੰਦਾ। ਗੁਰੂ ਦਾ ਜਿਹੜਾ ਸ਼ਬਦ ਹੈ, ਨਾਮ ਜਿਹੜਾ ਹੈ, ਸਾਡੇ ਅੰਦਰ ਚਾਨਣ ਕਰਦਾ ਹੈ। ਅਤੇ ਜਦੋਂ ਅੰਦਰ ਚਾਨਣ ਹੋ ਗਿਆ, ਅੰਧਕਾਰ ਮਿਟਿਓ ਤਿਹ ਤਨ ਤੇ, ਉਸ ਤਨ ਤੋਂ, ਉਸ ਮਨ ਤੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਬ੍ਰਹਮ ਕੀ ਜਾਲੀ, ਇਹਨੂੰ ਜਾਲੀ ਨਹੀਂ ਪੰਨਾ, ਜਾਲੀ ਇਹਦਾ ਸਾੜ ਦਿੱਤੀ। ਜਾਲੀ, ਜਾਲਾ ਜਿਹਨੂੰ ਕਹਿੰਦੇ ਨੇ, ਜਿਵੇਂ ਦਰਵਾਜ਼ੇ ਨੂੰ ਜਾਲੀ ਲੱਗੀ ਹੁੰਦੀ ਹੈ ਜੀ, ਜਾਲੀ ਵਾਲਾ ਦਰਵਾਜ਼ਾ, ਇਹ ਬੰਦ ਰਹਿਣ ਦਿਓ, ਦੂਜਾ ਖੋਲ੍ਹ ਦਿਓ। ਜਾਲੀ, ਲੱਲੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਭਰਮ ਕੀ ਜਾਲੀ ਤਾ ਕੀ ਘਾਟੀ। ਪਰਮਾਤਮਾ ਨੇ ਭਰਮ ਦੀ ਜਾਲੀ ਉਸ ਦੀ ਕੱਢ ਦਿੱਤੀ। ਕਿਸ ਦੀ? ਜਾ ਕੋ ਸਾਧ ਸੰਗਤ ਵਿਸ਼ਵਾਸਾ, ਜਿਸ ਨੂੰ ਗੁਰੂ ਦੀ ਸੰਗਤ 'ਚ ਵਿਸ਼ਵਾਸ ਹੈ।
ਜਿਹੜਾ ਗੁਰੂ ਦੀ ਸੰਗਤ ਦੇ ਵਿੱਚ ਵਿਸ਼ਵਾਸ ਰੱਖਦਾ ਨਾ, ਵਿਸ਼ਵਾਸ ਰੱਖ ਕੇ ਗੁਰੂ ਦੀ ਸੰਗਤ ਕਰਦਾ ਹੈ, ਸਮਾਂ ਪਾ ਕੇ ਗੁਰੂ ਮਹਾਰਾਜ ਉਹਦੀ ਭਰਮ ਦੀ ਜਾਲੀ ਕੱਢ ਦਿੰਦੇ, ਅੰਦਰ ਭਰਮ ਹੀ ਖਤਮ ਕਰ ਦਿੰਦੇ। ਤਾਰੀ ਲੈ ਭਵਜਲ ਤਾਰੂ ਬਿਖੜਾ, ਬੋਹਿਤ ਸਾਧੂ ਸੰਗਾ, ਪੂਰਨ ਹੋਈ ਮਨ ਕੀ ਆਸਾ, ਗੁਰ ਭੇਟਿਓ ਹਰ ਰੰਗਾ। ਤਾਰੀ ਲੈ ਭਵਜਲ ਤਾਰੂ ਬਿਖੜਾ, ਤਾਰੂ ਹੁੰਦਾ ਡੂੰਘਾ, ਬਿਖੜਾ ਹੁੰਦਾ ਔਖਾ, ਬੋਹਿਤ ਹੁੰਦਾ ਜਹਾਜ਼, ਸਾਧੂ ਸੰਗਾ, ਸਾਧੂ ਦੀ ਸੰਗਤ। ਗੁਰੂ ਦੀ ਜਿਹੜੀ ਸੰਗਤ ਹੈ ਇਹ ਜਹਾਜ਼ ਦਾ ਕੰਮ ਕਰਦੀ ਹੈ। ਇੱਕ ਹਵਾਈ ਜਹਾਜ਼ ਹੁੰਦਾ, ਇੱਕ ਸਮੁੰਦਰੀ ਜਹਾਜ਼ ਹੁੰਦਾ। ਜਿਹੜਾ ਪਾਣੀ 'ਤੇ ਚੱਲਦਾ ਜਹਾਜ਼ ਉਹਨੂੰ ਕਹਿੰਦੇ ਨੇ ਬੋਹਿਤ। ਗੁਰੂ ਦੀ ਸੰਗਤ ਜਹਾਜ਼ ਦਾ ਕੰਮ ਕਰਦੀ ਹੈ। ਇਹ ਜਿਹੜਾ ਭਵ ਸਾਗਰ ਹੈ, ਭਵਜਲ ਜੋ ਭਵ ਸਾਗਰ ਹੈ, ਤਾਰੂ ਬਿਖੜਾ, ਇਹ ਬੜਾ ਡੂੰਘਾ ਹੈ, ਇਹਨੂੰ ਤਰਨਾ ਬਹੁਤ ਔਖਾ ਹੈ। ਪਰ ਜਿਹੜਾ ਸਾਧੂ ਦੀ ਸੰਗਤ ਕਰਦਾ, ਗੁਰੂ ਮਹਾਰਾਜ ਉਸ ਨੂੰ ਇਸ ਭਵ ਸਾਗਰ ਤੋਂ ਤਾਰ ਦਿੰਦੇ ਹਨ, ਪਾਰ ਕਰ ਦਿੰਦੇ ਹਨ। ਪੂਰਨ ਹੋਈ ਮਨ ਕੀ ਆਸਾ, ਗੁਰ ਭੇਟਿਓ ਹਰ ਰੰਗ। ਗੁਰੂ ਜੋ ਹਰੀ ਨੂੰ ਪਿਆਰ ਕਰਦਾ ਹੈ, ਹਰ ਰੰਗ, ਹਰੀ ਨੂੰ ਪਿਆਰ ਕਰਦਾ, ਉਹ ਜਿਹੜਾ ਗੁਰੂ ਹਰੀ ਨੂੰ ਪਿਆਰ ਕਰਦਾ ਹੈ, ਪਰਮਾਤਮਾ ਨੇ ਉਹ ਗੁਰੂ ਮਿਲਾ ਦਿੱਤਾ ਹੈ। ਜਦੋਂ ਗੁਰੂ ਨਾਲ ਮੇਲ ਹੋ ਗਿਆ, ਪੂਰਨ ਹੋਈ ਮਨ ਕੀ ਆਸਾ, ਮਨ ਦੀ ਇੱਛਾ ਪੂਰੀ ਹੋ ਗਈ। ਕਿ ਗੁਰੂ ਮਹਾਰਾਜ ਇੱਛਾਵਾਂ ਪੂਰੀਆਂ ਕਰਦੇ ਨੇ। ਇਸ ਲਈ ਗੁਰੂ ਨੂੰ ਮਿਲਣਾ, ਗੁਰੂ ਦਾ ਮਿਲਣਾ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਨਾਮ ਖਜ਼ਾਨਾ ਭਗਤੀ ਪਾਇਆ। ਭਗਤੀ ਦਾ ਹੁੰਦਾ ਜਿਹੜੇ ਆਪਾਂ ਭਗਤੀ ਕਰ ਰਹੇ ਹਾਂ, ਭਗਤੀ ਤਤਨ ਪਿਆਰੀ ਬਿੰਦੀ ਭਗਤਾਂ ਨੇ, ਜਿਵੇਂ ਸੰਤੀ ਸੰਤਾਂ ਨੇ। ਨਾਮ ਖਜ਼ਾਨਾ, ਇਹ ਖਜ਼ਾਨਾ ਫਾਰਸੀ ਦਾ ਸ਼ਬਦ ਹੈ, ਇਹਨੂੰ ਖਜ਼ਾਨਾ ਨਹੀਂ ਪੜ੍ਹਨਾ, ਇਹਨੂੰ ਖਜ਼ਾਨਾ ਨਹੀਂ ਕਹਿਣਾ। ਮੈਂ ਖਜ਼ਾਨੇ ਗਿਆ ਸੀ, ਖਜ਼ਾਨਾ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ। ਮੈਂ ਕਈਆਂ ਨੂੰ ਕਿ ਮੈਂ ਤੈਨੂੰ 100 ਰੁਪਇਆ ਦੇਵਾਂਗਾ, ਮੇਰੇ ਪਿਤਾ ਦਾ ਨਾਂ ਹੈ ਖਜ਼ਾਨ ਸਿੰਘ, ਲਿਖ ਕੇ ਦਿਖਾ ਦਿਓ ਇੰਗਲਿਸ਼ ਮੈਨੂੰ। ਖਜ਼ਾਨ ਸਿੰਘ ਜੇ ਨਾਲ ਹੀ ਪਾਈ ਜਾਂਦੇ ਨੇ, ਜੇ ਨਾਲ ਪਾਈ ਜਾਂਦੇ, ਪਤਾ ਨਹੀਂ ਵੀ ਜ਼ੈਡ ਨਾਲ ਪੈਣਾ ਹੈ। ਹੁਣ ਸਾਹਿਬਜ਼ਾਦੇ ਜ਼ੋਰਾਵਰ ਸਿੰਘ, ਉਹ ਜੋਰਾਵਰ ਸਿੰਘ ਨਹੀਂ, ਉਹ ਜ਼ੋਰਾਵਰ ਸਿੰਘ ਹੈ। ਜ਼ੋਰ ਫਾਰਸੀ ਦਾ ਸ਼ਬਦ ਹੈ, ਜ਼ੋਰਾਵਰ ਤਾਕਤਵਰ, ਉਹ ਜ਼ੈਡ ਨਾਲ ਪਏਗਾ, ZOR ਜ਼ੋਰਾ। ਜ਼ੈਲ ਸਿੰਘ ਪਾਣਾ ਗਿਆਨੀ ਜ਼ੈਲ ਸਿੰਘ, ਤਾਂ ਜ਼ੈਡ ਨਾਲ ਪਏਗਾ, ZAIL ਜ਼ੈਲ। ਇਸੇ ਤਰ੍ਹਾਂ ਇਹ ਖਜ਼ਾਨਾ ਹੈ, ਖਜ਼ਾਨਾ ਨਹੀਂ ਪੜ੍ਹਨਾ, ਖਜ਼ਾਨਾ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਨਾਮ ਖਜ਼ਾਨਾ ਭਗਤੀ ਪਾਇਆ, ਭਗਤਾਂ ਨੇ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ। ਨਾਮ ਜਪ ਜਪ ਕੇ ਉਹਨਾਂ ਕੋਲ ਨਾਮ ਧਨ ਹੋ ਗਿਆ। ਜਦੋਂ ਕੋਲ ਨਾਮ ਦਾ ਖਜ਼ਾਨਾ ਹੋ ਗਿਆ, ਨਾਮ ਧਨ ਹੋ ਗਿਆ, ਮਨ ਤਨ ਤ੍ਰਿਪਤ ਅਗਾਏ। ਉਹਨਾਂ ਦੇ ਮਨ ਅਤੇ ਤਨ ਤ੍ਰਿਪਤ ਹੋ ਗਏ, ਰੱਜ ਗਏ। ਅਗਾਏ ਹਿੰਦੀ ਦਾ ਸ਼ਬਦ ਹੈ, ਰੱਜ ਗਏ। ਮਨ ਅਤੇ ਤਨ ਤ੍ਰਿਪਤ ਹੋ ਗਏ, ਮਨ ਮਾਇਆ ਦੇ ਵੱਲੋਂ ਰੱਜ ਗਿਆ ਹੈ। ਕਿਉਂਕਿ ਨਾਮ ਨਾਲ ਹੀ ਰੱਜ ਆਉਂਦਾ, ਉਂਝ ਨਹੀਂ ਰੱਜ ਆਉਂਦਾ। ਸਬਰ ਸੰਤੋਖ ਨਾਮ ਤੋਂ ਬਿਨਾਂ ਅੰਦਰ ਪੈਦਾ ਹੀ ਨਹੀਂ ਹੋ ਸਕਦਾ। ਸਬਰ ਸੰਤੋਖ ਉਸ ਇਨਸਾਨ ਦੇ ਵਿੱਚ ਹੀ ਪੈਦਾ ਜਿਹੜਾ ਨਾਮ ਜਪਦਾ ਰਹਿੰਦਾ ਹੈ। ਸਮਾਂ ਪਾ ਕੇ ਉਹਦੇ ਅੰਦਰ ਸਬਰ ਸੰਤੋਖ ਪੈਦਾ ਹੋ ਜਾਂਦਾ, ਫਿਰ ਥੋੜ੍ਹੇ ਜਿਹੇ ਨਾਲ ਹੀ ਗੁਜ਼ਾਰਾ ਹੋ ਜਾਂਦਾ ਹੈ। ਗੁਜ਼ਾਰਾ ਤਾਂ ਹੁਣ ਵੀ ਥੋੜ੍ਹੇ ਨਾਲ ਹੀ ਹੋ ਸਕਦਾ ਹੈ। 7-8 ਹਜ਼ਾਰ ਰੁਪਏ ਦਾ ਵੱਧ ਤੋਂ ਵੱਧ ਰਾਸ਼ਨ ਆਉਂਦਾ ਪਰਿਵਾਰ ਦਾ, ਪਰ ਉਹ ਜਿਹੜੀ ਇੱਛਾਵਾਂ ਨੇ, ਉਹ ਜਿਹੜੀਆਂ ਨੇ, ਉਹ ਫਿਰ ਬਹੁਤ ਖਰਚਾ ਕਰਾਉਂਦੇ ਬੰਦੇ ਦੇ। ਸੋ ਇਸ ਲਈ ਨਾਮ ਜਿਉਂ ਨਾਮ ਜਪੋਗੇ, ਅੰਦਰ ਸਬਰ ਸੰਤੋਖ ਪੈਦਾ ਹੋ ਜਾਏਗਾ। ਅਤੇ ਗੁਰਬਾਣੀ ਕਹਿੰਦੇ ਬਿਨਾਂ ਸੰਤੋਖ ਨਾ ਕੋ ਰਾਜੈ। ਸਬਰ ਸੰਤੋਖ ਤੋਂ ਬਿਨਾਂ ਮਨ ਰਾਜਦਾ ਨਹੀਂ ਹੈਗਾ, ਭਾਵੇਂ ਕਰੋੜਾਂ ਰੁਪਏ ਕੋਲ ਕਿਉਂ ਨਾ ਹੋਣ। ਨਾਨਕ ਹਰ ਜੀਉ ਤਾਕੋ ਦੇਵੈ, ਜਾ ਕੋ ਹੁਕਮ ਮਨਾਏ। ਪਰਮਾਤਮਾ ਉਹਨਾਂ ਨੂੰ ਇਹ ਨਾਮ ਖਜ਼ਾਨਾ ਦਿੰਦਾ ਹੈ ਜਿਹਨਾਂ ਦਾ ਆਪਣਾ ਹੁਕਮ ਮਨਾਉਂਦਾ ਹੈ।
ਨਾਨਕ ਹਰਿ ਜਿਉ ਤਾ ਕੋ ਦੇਵੈ। ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਉਸ ਨੂੰ ਇਹ ਨਾਮ ਖਜ਼ਾਨਾ ਦਿੰਦਾ ਹੈ ਜਾ ਕੋ ਹੁਕਮ ਨਾਏ, ਜਿਸ ਤੋਂ ਉਹ ਆਪਣਾ ਹੁਕਮ ਮਨਾਉਂਦਾ ਹੈ। ਜਿਹੜਾ ਬੰਦਾ ਪਰਮਾਤਮਾ ਦਾ ਹੁਕਮ ਮੰਨਦਾ, ਪਰਮਾਤਮਾ ਖੁਸ਼ ਹੋ ਕੇ ਉਸ ਨੂੰ ਨਾਮ ਦਾ ਖਜ਼ਾਨਾ ਹੀ ਬਖਸ਼ ਦਿੰਦਾ। ਲੈ ਭਾਈ ਮੌਜ ਕਰ ਹੁਣ। ਨਾਮ ਖਜ਼ਾਨਾ ਭਗਤੀ ਪਾਇਆ, ਨਾਮ ਖਜ਼ਾਨਾ ਭਗਤੀ ਪਾਇਆ, ਨਾਮ ਖਜ਼ਾਨਾ ਭਗਤੀ ਪਾਇਆ, ਨਾਮ ਖਜ਼ਾਨਾ ਭਗਤੀ ਪਾਇਆ। ਮਨ ਤਨ ਤ੍ਰਿਪਤ ਅਗਾਏ, ਮਨ ਤਨ ਤ੍ਰਿਪਤ ਅਗਾਏ, ਮਨ ਤ੍ਰਿਪਤ ਅਗਾਏ, ਮਨ ਤਨ ਤ੍ਰਿਪਤ ਅਗਾਏ। ਨਾਨਕ ਹਰਿ ਜਿਉ ਤਾ ਕੋ ਦੇਵੈ, ਨਾਨਕ ਹਰਿ ਜਿਉ ਤਾ ਕੋ ਦੇਵੈ, ਹਰਿ ਜਿਉ ਤਾ ਕੋ ਦੇਵੈ, ਨਾਨਕ ਹਰਿ ਜਿਉ ਤਾ ਕੋ ਦੇਵੈ। ਜਾ ਕੋ ਹੁਕਮ ਮਨਾਏ, ਜਾ ਕੋ ਹੁਕਮ ਮਨਾਏ, ਕੋ ਹੁਕਮ ਮਨਾਏ, ਜਾ ਕੋ ਹੁਕਮ ਮਨਾਏ। ਗੌੜੀ ਘਰ ਪੰਜਵਾਂ ਮਹਿਲਾ ਪੰਜਵਾਂ। ਦਇਆ ਮਇਆ ਕਰ ਪ੍ਰਾਣ ਪਤ ਮੋਰੇ, ਮੋਹੇ ਅਨਾਥ ਸ਼ਰਨ ਪ੍ਰਭ ਧੋਰੀ। ਅੰਧ ਕੂਪ ਮੈਂ ਹਾਥ ਦੇ ਰਾਖੋ, ਕਛੂ ਸਿਆਣਪ ਉਕਤ ਨ ਮੋਰੀ। ਕਹਿੰਦੇ ਹੇ ਪਰਮਾਤਮਾ, ਦਇਆ ਮਇਆ ਮਨ ਦੀ ਕਿਰਪਾ, ਦਇਆ ਮਇਆ ਕਰ ਪ੍ਰਾਣ ਪਤ ਮੋਰੇ। ਪ੍ਰਾਣ ਪਤ ਮੇਰੇ ਪ੍ਰਾਣਾਂ ਦੇ ਪਤੀ, ਮੇਰੇ ਪ੍ਰਾਣਾਂ ਦੇ ਮਾਲਕ ਪਾ ਪਰਮਾਤਮਾ। ਹੇ ਮੇਰੇ ਪਰਮਾਤਮਾ, ਮੇਰੇ ਤੇ ਦਇਆ ਕਰ, ਮੇਰੇ ਤੇ ਕਿਰਪਾ ਕਰ। ਮੋਹੇ ਅਨਾਥ, ਮੈਂ ਅਨਾਥ ਹਾਂ, ਸ਼ਰਨ ਪ੍ਰਭ ਤੋਰੀ। ਹੇ ਪਰਮਾਤਮਾ ਤੇਰੀ ਸ਼ਰਨ ਚ ਆਇਆ, ਤੋਰੀ ਬਣੇ ਤੇਰੀ। ਮੈਂ ਅਨਾਥ ਹਾਂ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੁਸੀਂ ਮੇਰੇ ਤੇ ਦਇਆ ਕਰੋ, ਤੁਸੀਂ ਮੇਰੇ ਤੇ ਕਿਰਪਾ ਕਰੋ। ਅੰਧ ਕੂਪ ਮੈਂ ਹਾਥ ਦੇ ਰੱਖੋ, ਅੰਧ ਹਨੇਰਾ, ਕੂਪ ਖੂਹ, ਮੈਂ ਅਗਿਆਨਤਾ ਰੂਪੀ ਖੂਹ ਵਿੱਚ ਡਿੱਗ ਪਿਆ ਹਾਂ। ਹਾਥ ਦੇ ਰੱਖੋ, ਹੱਥ ਦੇ ਕੇ ਮੇਰੀ ਰੱਖਿਆ ਕਰੋ। ਕਛੂ ਸਿਆਣਪ ਉਕਤ ਨ ਮੋਰੇ, ਕਿਉਂਕਿ ਮੇਰੇ 'ਚ ਕੋਈ ਸਿਆਣਪ ਨਹੀਂ, ਮੈਨੂੰ ਕੋਈ ਦਲੀਲ ਨਹੀਂ ਆਉਂਦੀ। ਉਕਤ ਹੁੰਦੀ ਦਲੀਲ, ਮੇਰੇ 'ਚ ਕੋਈ ਦਲੀਲਬਾਜ਼ੀ ਨਹੀਂ ਹੈ, ਮੇਰੇ 'ਚ ਕੋਈ ਸਿਆਣਪ ਨਹੀਂ ਹੈ। ਮੈਂ ਅਗਿਆਨਤਾ ਦੇ ਹਨੇਰੇ ਖੂਹ 'ਚ ਡਿੱਗ ਪਿਆ ਹਾਂ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ। ਭਾਵੇਂ ਅਗਿਆਨਤਾ ਦੇ ਖੂਹ 'ਚੋਂ ਬਾਹਰ ਕੱਢੋ। ਕੂਪ ਹਿੰਦੀ ਦਾ ਸ਼ਬਦ ਹੈ, ਖੂਹ। ਕੂਆਂ ਵੀ ਹਿੰਦੀ ਦਾ ਸ਼ਬਦ ਹੈ, ਖੂਹ। ਆ ਨਲਕੂਪ, ਟਿਊਬਵੈਲ ਨੂੰ ਕੀ ਕਹਿੰਦੇ ਹਿੰਦੀ 'ਚ? ਨਲਕੂਪ। ਉਹ ਖੂਹ ਜਿਹਦੇ ਵਿੱਚ ਨਾਲੀ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਟਿਊਬ ਵੈਲ। ਵੈਲ ਮੈਨੇ ਖੂਹ, ਅਤੇ ਟਿਊਬ ਜਿਹਦੇ ਟਿਊਬ ਜਾਵੇ, ਟਿਊਬ ਵਾਲਾ ਖੂਹ। ਕਰਨ ਕਰਾਵਨ ਸਭ ਕੁਛ ਤੁਮ ਹੀ, ਤੁਮ ਸਮਰੱਥ ਨਾਹੀ ਅਨਹੋਰੀ। ਕਰਨ ਕਰਾਵਨ ਸਭ ਕੁਛ ਤੁਮ ਹੀ। ਇਹ ਪਰਮਾਤਮਾ ਤੁਸੀਂ ਸਾਰਾ ਕੁਝ ਕਰਨ ਕਰਾਉਣ ਵਾਲੇ ਹੋ। ਕਰਨ ਵਾਲੇ ਵੀ ਆਪ ਹੋ, ਕਰਾਉਣ ਵਾਲੇ ਵੀ ਆਪ ਹੋ। ਤੁਮ ਸਮਰੱਥ, ਤੁਸੀਂ ਸਮਰੱਥ ਹੋ, ਨਾ ਹੀ ਅਨਹੋਰੀ। ਹੋਰ ਕੋਈ ਤੇਰੇ ਜਿੰਨਾ ਸਮਰੱਥ ਨਹੀਂ ਹੈ। ਤੂੰ ਸਮਰੱਥ ਹੈ, ਹੋਰ ਕੋਈ ਸਮਰੱਥ ਨਹੀਂ ਹੈ। ਤੂੰ ਹੀ ਕਰਨ ਕਰਾਉਣ ਵਾਲਾ ਹੈ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਸੇ ਸੇਵਕ ਜਨ ਭਾਗ ਮਥੋਰੀ। ਤੇਰੀ ਗਤ, ਗਤ ਹੁੰਦੀ ਹਾਲਤ,
ਮਿੱਤ ਹੁੰਦੀ ਸਮਰੱਥਾ। ਤੂੰ ਆਪਣੀ ਹਾਲਤ ਨੂੰ, ਤੂੰ ਆਪਣੀ ਸਮਰੱਥਾ ਨੂੰ ਆਪ ਹੀ ਜਾਣਦਾ ਹੈ। ਤੂੰ ਆਪਣੀ ਹਾਲਤ ਨੂੰ, ਗਤ ਹਾਲਤ, ਮਿੱਤ ਸਮਰੱਥਾ, ਤੂੰ ਆਪਣੀ ਹਾਲਤ ਨੂੰ, ਆਪਣੀ ਸਮਰੱਥਾ ਨੂੰ ਆਪ ਹੀ ਜਾਣਦਾ ਹੈ। ਸੇ ਸੇਵਕ ਜਿਨ ਭਾਗ ਮਥੋਰੀ। ਤੁਹਾਡੇ ਉਹੀ ਸੇਵਕ ਬਣਦੇ ਹਨ ਜਿਨ੍ਹਾਂ ਦੇ ਮੱਥੇ ਮਥੋਰੀ ਮੈਨੇ ਮੱਥੇ, ਜਿਨ੍ਹਾਂ ਦੇ ਮੱਥੇ 'ਤੇ ਚੰਗੀ ਕਿਸਮਤ ਲਿਖੀ ਹੁੰਦੀ ਹੈ। ਬਦ ਕਿਸਮਤ ਗੁਰੂ ਦੇ ਕੋਲ ਜਾਂਦੇ ਹੀ ਨਹੀਂ ਹੈ, ਪਰਮਾਤਮਾ ਦਾ ਨਾਮ ਜਪਦੇ ਹੀ ਨਹੀਂ, ਹੁਣ ਦਾ ਸੇਵਕ ਬਣਦੇ ਹੀ ਨਹੀਂ ਹੈ। ਇਹ ਤਾਂ ਜਿਹਦੇ ਚੰਗੇ ਭਾਗ ਹੁੰਦੇ, ਹੁਣ ਤੁਹਾਡੇ ਚੰਗੇ ਭਾਗ ਨੇ ਤਾਂ ਸਤਸੰਗ 'ਚ ਆਇਓ, ਨਾ ਹੁੰਦੇ ਇੱਥੇ ਕਿੰਨੇ ਆਉਣਾ ਸੀ। ਬੜੀ ਦੁਨੀਆ ਨਹੀਂ ਆਉਂਦੇ, ਹਰ ਘਰ ਭਾਵੇਂ ਵਿਹਲੇ ਬੈਠੇ ਹੋਣ, ਚਾਹੇ ਖਬਰਾਂ ਸੁਣ ਰਹੇ ਹੋ TV 'ਤੇ, ਆਪੇ ਪਰਿਵਾਰ 'ਚ ਗੱਲਾਂ ਬਾਤਾਂ ਕਰ ਰਹੇ ਹੋ, ਨਹੀਂ ਭਾਗਾਂ 'ਚ ਨਹੀਂ ਨਾ ਹੈ। ਮੈਨੂੰ ਤਾਂ ਨਹੀਂ ਅਫਸੋਸ ਹੁੰਦਾ ਕਿ ਜੇ ਭਾਗਾ ਹੀ ਜੀ ਨਹੀਂ ਤਾਂ ਆਏਗਾ ਬੰਦਾ ਕਿੱਥੇ। ਚੰਗੇ ਭਾਗ ਹੁਣ ਤਾਂ ਕਿਤੇ ਸਤ ਸੰਗਤ ਨਸੀਬ ਹੁੰਦੀ ਹੈ। ਤਾਂ ਕਹਿੰਦੇ ਸੇ ਸੇਵਕ ਸੇ ਬਹੁਵਚਨ ਹੈ, ਉਹ ਸੇਵਕ ਜਿਨ ਭਾਗ ਮਥੋਰੀ। ਜਿਨ੍ਹਾਂ ਦੇ ਵੱਡੇ ਭਾਗ ਹਨ, ਜਿਨ੍ਹਾਂ ਦੇ ਮੱਥੇ 'ਤੇ ਵੱਡੇ ਭਾਗ ਨੇ, ਉਹ ਤੇਰੇ ਸੇਵਕ ਨੇ। ਆਪਣੇ ਸੇਵਕ ਸੰਗ ਤੁਮ ਪ੍ਰਭਰਾਤੇ, ਓਤ ਪੋਤ ਭਗਤਨ ਸੰਗ ਜੋਰੀ। ਆਪਣੇ ਸੇਵਕਾਂ ਦੇ ਨਾਲ ਤੁਸੀਂ ਬੜਾ ਪਿਆਰ ਕਰਦੇ ਹੋ, ਤੁਮ ਪ੍ਰਭਰਾਤੇ, ਪਿਆਰ ਕਰਦੇ ਹੋ ਤੁਸੀਂ ਆਪਣੇ ਸੇਵਕਾਂ ਨੂੰ ਬਹੁਤ ਪਿਆਰ ਕਰਦੇ ਹੋ। ਓਤ ਪੋਤ ਭਗਤਨ ਸੰਗ ਜੋਰੀ। ਓਤ ਪੋਤ ਹੁੰਦਾ ਪੂਰੀ ਤਰ੍ਹਾਂ, ਜੋਰੀ ਮੈਨੇ ਜੁੜਿਆ ਹੋਇਆ। ਤੂੰ ਆਪਣੇ ਭਗਤਾਂ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਉਹ ਆਪਣੇ ਭਗਤਾਂ ਤੋਂ ਅਲੱਗ ਨਹੀਂ ਹੈ, ਸਗੋਂ ਭਗਤਾਂ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਤੁਸੀਂ ਆਪਣੇ ਸੇਵਕਾਂ ਦੇ ਨਾਲ ਸਦਾ ਹੀ ਨਾਲ ਰਹਿੰਦੇ ਹੋ, ਸੰਗ ਨਾਲ ਰਹਿੰਦੇ ਹੋ, ਆਪਣੇ ਸੇਵਕਾਂ ਦੇ ਸਦਾ ਹੀ ਨਾਲ ਰਹਿੰਦੇ ਹੋ, ਆਪਣੇ ਸੇਵਕਾਂ ਨੂੰ ਪਿਆਰ ਕਰਦੇ ਹੋ। ਤੁਸੀਂ ਆਪਣੇ ਭਗਤਾਂ ਦੇ ਨਾਲ ਸਦਾ ਹੀ ਪੂਰੀ ਤਰ੍ਹਾਂ ਜੁੜੇ ਰਹਿੰਦੇ ਹੋ। ਪ੍ਰਿਯ ਪ੍ਰਿਯ ਨਾਮ ਤੇਰਾ ਦਰਸ਼ਨ ਚਾਹੇ, ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ। ਚਕੋਰ ਹੁੰਦੀ ਹੈ, ਉਹ ਚੰਦਰਮਾ ਵੱਲ ਵੇਖਦੀ ਰਹਿੰਦੀ, ਇੱਕ ਟੱਕ ਵੀ ਇੱਧਰ ਉੱਧਰ ਅੱਖਾਂ ਨਹੀਂ ਕਰਦੀ ਹੈਗੀ, ਉਹਦਾ ਚੰਦਰਮਾ ਨਾਲ ਪਿਆਰ ਹੈ। ਸੋ ਚਕੋਰ ਜਿਵੇਂ ਚੰਦ ਵੱਲ ਵੇਖਦੀ ਰਹਿੰਦੀ ਹੈ, ਇਸ ਤਰ੍ਹਾਂ ਜਿਹੜੇ ਤੇਰੇ ਭਗਤ ਨੇ, ਭਗਤ ਹਨ, ਉਹ ਤੈਨੂੰ ਪਿਆਰਾ ਪਿਆਰ ਕੇ ਪ੍ਰਿਯ ਪ੍ਰਿਯ, ਤੈਨੂੰ ਪਿਆਰਾ ਪਿਆਰਾ ਕਰਕੇ ਤੇਰਾ ਨਾਮ ਜਪਦੇ ਨੇ, ਤੇਰੇ ਦਰਸ਼ਨ ਕਰਨਾ ਚਾਹੁੰਦੇ ਨੇ। ਉਹ ਤੇਰੇ ਵੱਲ ਇਸ ਤਰ੍ਹਾਂ ਵੇਖਦੇ ਨੇ ਜਿਵੇਂ ਚਕੋਰ ਚੰਦ ਵੱਲ ਵੇਖਦੀ ਹੈ। ਸੋ ਜਿਵੇਂ ਚਕੋਰ ਚੰਦ ਨੂੰ ਪਿਆਰ ਕਰਦੀ ਹੈ, ਇਸ ਤਰ੍ਹਾਂ ਤੇਰੇ ਜਿਹੜੇ ਭਗਤ ਨੇ ਉਹ ਤੈਨੂੰ ਪਿਆਰ ਕਰਦੇ ਨੇ, ਤੇਰਾ ਨਾਮ ਜਪਦੇ ਨੇ, ਤੇਰੇ ਦਰਸ਼ਨ ਚਾਹੁੰਦੇ ਹਨ। ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਏਕ ਜਨ ਕਈ ਮੈਂ ਲੱਖ ਕਰੋੜੀ। ਰਾਮ ਅਤੇ ਸੰਤ 'ਚ ਕੋਈ ਫਰਕ ਨਹੀਂ ਹੁੰਦਾ, ਪਰਮਾਤਮਾ ਅਤੇ ਪਰਮਾਤਮਾ ਦੇ ਸੰਤ ਵਿੱਚ ਕੋਈ ਫਰਕ ਨਹੀਂ ਹੁੰਦਾ, ਕਿ ਦੋਨਾਂ ਦਾ ਸੁਭਾਅ ਇੱਕੋ ਜਿਹਾ ਹੁੰਦਾ ਹੈ। ਗੱਲ ਸੁਭਾਵਾਂ ਦੀ ਹੁੰਦੀ ਹੈ, ਸ਼ਕਤੀਆਂ ਦੀ ਨਹੀਂ ਹੁੰਦੀ। ਸ਼ਕਤੀ ਤੇ ਪਰਮਾਤਮਾ ਦਾ ਬੇਅੰਤ ਸ਼ਕਤੀਆਂ ਦਾ ਮਾਲਕ ਹੈ, ਪਰ ਜਿਸ ਮਨੁੱਖ ਨੇ ਸਰੀਰ ਧਾਰਨ ਕਰ ਲਿਆ ਉਹਦੀਆਂ ਸ਼ਕਤੀਆਂ ਲਿਮਟਿਡ ਹੋ ਜਾਂਦੀਆਂ ਨੇ, ਉਹ ਬੇਅੰਤ ਸ਼ਕਤੀਆਂ ਦਾ ਮਾਲਕ ਨਹੀਂ ਰਹਿੰਦਾ। ਜਿੰਨੀਆਂ ਸ਼ਕਤੀਆਂ ਪਰਮਾਤਮਾ ਕੋਲ ਇੰਨੀ ਸ਼ਕਤੀਆਂ ਕਿਸੇ ਕੋਲ ਵੀ ਨਹੀਂ ਹੋ ਸਕਦੀਆਂ। ਅਤੇ ਗੁਰ ਪਰਮੇਸ਼ਰ ਇੱਕੋ ਜਣ ਕਿਉਂ ਕਹਿੰਦੇ ਨੇ? ਗੁਰੂ ਅਤੇ ਪਰਮੇਸ਼ਰ ਦਾ ਸੁਭਾਅ ਇੱਕੋ ਜਿਹਾ ਹੁੰਦਾ ਹੈ, ਤਾਂ ਉਹਨਾਂ ਦੀ ਨਿਭਦੀ ਹੈ। ਗੁਰੂ ਦੀ ਅਤੇ ਪਰਮੇਸ਼ਰ ਦੀ, ਸਾਧੂ ਅਤੇ ਪਰਮਾਤਮਾ ਦੀ ਇਸ ਲਈ ਨਿਭਦੀ ਹੈ ਕਿ ਦੋਨਾਂ ਦਾ ਸੁਭਾਅ ਇੱਕੋ ਜਿਹਾ ਹੁੰਦਾ। ਜੋ ਪਰਮਾਤਮਾ ਕਹਿੰਦਾ ਗੁਰੂ ਉਵੇਂ ਕਰਦੇ ਨੇ, ਜੋ ਪਰਮਾਤਮਾ ਕਹਿੰਦਾ ਸੰਤ ਮਾਤਾ ਉਸੇ ਤਰ੍ਹਾਂ ਕਰਦੇ ਨੇ, ਇਸ ਲਈ ਫਿਰ ਸੁਭਾਅ ਦਾ ਮੇਲ ਹੋ ਗਿਆ ਹੈ। ਪਤੀ ਜਿਵੇਂ ਕਹੇ ਪਤਨੀ ਉਸੇ ਤਰ੍ਹਾਂ ਕਰੇ, ਜਾਂ ਪਤਨੀ ਜਿਵੇਂ ਕਹੇ ਪਤੀ ਉਸੇ ਤਰ੍ਹਾਂ ਕਰੇ, ਇਹਦੇ ਵਿੱਚ ਸੁਭਾਅ ਮਿਲ ਗਏ, ਸੁਭਾਅ ਮਿਲ ਗਏ। ਅਤੇ ਨਹੀਂ ਤਾਂ ਇਹ ਤੇਰੀ ਮੇਰੀ ਨਹੀਂ ਨਿਭਣੀ, ਤੂੰ ਬਾਹਮਣੀ ਅਤੇ ਮੈਂ ਸੁਨਿਆਰਾ, ਸੁਭਾਅ ਹੀ ਅੱਡ ਨਿਭ ਗਈ ਕਿਵੇਂ? ਨਿਭਣ ਲਈ ਸੁਭਾਵਾਂ ਦਾ ਇਕਸਾਰ ਹੋਣਾ ਜ਼ਰੂਰੀ ਹੈ।
ਜਾਤ ਪਾਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਗੋਰੇ ਕਾਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਮੈਂ ਜਦੋਂ B.Ed ਕਰਦਾ ਸਟੇਟ ਕਾਲਜ 1968 ਦੇ ਵਿੱਚ, ਦੋ ਉੱਥੇ JBT ਕਲਾਸ ਵੀ ਨਾਲ ਹੁੰਦੀ ਸੀ B.Ed ਦੇ। ਇੱਕ JBT ਦੀ ਲੜਕੀ ਹੈ, ਇੱਕ B.Ed ਦੀ ਹੈ। ਜਿਹੜੀ B.Ed ਵਾਲੀ ਲੜਕੀ ਹੈ ਗੋਰੀ ਨਿਸ਼ੋ ਹੈ, ਜਿਹੜੀ JBT ਵਾਲੀ ਲੜਕੀ ਕਾਲੀ ਸ਼ਾਹ ਹੈ। ਅਤੇ ਅਸੀਂ ਉਹਨਾਂ ਦਾ ਨਾਮ ਰੱਖਿਆ ਸੀ ਧੁੱਪ ਛਾਂ, ਵੀ ਧੁੱਪ ਛਾਂ ਆ ਰਹੀਆਂ। ਉਹ ਸਾਲ ਭਰ ਜਿੱਧਰ ਵੀ ਗਈਆਂ ਇਕੱਠੀਆਂ ਹੀ ਗਈਆਂ, ਕਿਉਂਕਿ ਇੱਕ ਦਾ ਸਾਲ ਦਾ ਕੋਰਸ ਸੀ, ਦੂਜੇ ਦਾ 2 ਸਾਲ ਦਾ ਸੀ। ਸਾਲ ਭਰ ਅਸੀਂ ਵੇਖਦੇ ਰਹੇ, ਜਦੋਂ ਵੀ ਉਹਨਾਂ ਬਾਹਰ ਜਾਣਾ, ਬਾਜ਼ਾਰ ਜਾਣਾ, ਐਂ ਇਕੱਠੀਆਂ ਨੇ ਹੀ ਜਾਣਾ ਹੈ। ਇਹਦੇ ਬਾਅਦ ਸੁਭਾਅ ਮਿਲ ਗਏ, ਸੁਭਾਅ ਮਿਲ ਗਏ। ਰੰਗ ਬਿਲਕੁਲ ਵੱਖਰੇ ਵੱਖਰੇ ਸਨ। ਇੱਕ ਅਤੀ ਕਾਲੀ ਸੀ, ਇੱਕ ਅਤੀ ਗੋਰੀ ਸੀ। ਗੱਲ ਜਾਤ ਦੀ ਨਹੀਂ ਹੁੰਦੀ, ਗੱਲ ਜਾਤਾਂ ਦੀ ਨਹੀਂ, ਗੱਲ ਰੰਗਾਂ ਦੀ ਨਹੀਂ, ਗੱਲ ਸੁਭਾਅ ਦੀ ਹੈ। ਠੀਕ ਹੈ, ਪਹਿਲਾ ਰੰਗ ਚੰਗਾ ਲੱਗਦਾ, ਪਰ ਉਹ ਤਾਂ ਬਿਊਟੀ ਇਜ਼ 9 days ਵੰਡਰ ਹੈ। ਸੁੰਦਰਤਾ ਕੋਈ ਤਾਂ ਨਹੀਂ ਚੰਗੀ ਲੱਗਦੀ ਹੈ। ਬੇਬੇ ਇੱਕ ਵਾਰੀ ਕਹਿ ਰਹੀ ਮੇਰੀ ਭਰਜਾਈ ਨੂੰ ਕਿ ਇਹ ਕਿੱਥੇ ਕਾਲੇ ਮੂੰਹ ਵਾਲੀ ਸਾਡੇ ਘਰ ਆ ਗਈ ਹੈ। ਮੈਂ ਦੇਖਿਆ ਭਰਜਾਈ ਗੋਰੀ ਹੈ ਅਤੇ ਬੇਬੇ ਕਹਿੰਦੀ ਕਾਲੇ ਮੂੰਹ ਵਾਲੀ ਕਿੱਥੋਂ ਆ ਗਈ ਹੈ। ਜਦੋਂ ਉਹ ਗਰਮ ਹੋ ਗਈ, ਠੰਡੀਆਂ ਹੋ ਗਈਆਂ, ਮੈਂ ਬੇਬੇ ਨੂੰ ਕਿਹਾ, ਮੈਂ ਬੇਬੇ ਭਰਜਾਈ ਦੇ ਗੋਰੀ ਹੈ ਅਤੇ ਤੂੰ ਮੇਰੀ ਕਾਲੇ ਮੂੰਹ ਵਾਲੇ। ਕਹੇ ਕੋਈ ਨਹੀਂ, ਵੱਡੇ ਆ ਕੇ ਤੇਰਾ ਸਮਝ ਆ ਜਾਏਗੀ। ਤਾਂ ਜਦੋਂ ਬੰਦਾ ਨਾਰਾਜ਼ ਹੁੰਦਾ ਨਾ, ਉਦੋਂ ਉਹਦੇ ਗੁਣ ਵੀ ਜਿਹੜੇ ਔਗਣ ਵਿਖਾਈ ਦੇ ਲੱਗ ਜਾਂਦੇ, ਉਹਦੇ ਗੁਣ ਵੀ ਔਗਣ ਵਿਖਾਈ ਦੇ ਲੱਗ, ਕਿਉਂਕਿ ਸੁਭਾਅ ਨਹੀਂ ਮੇਲ ਖਾ ਰਿਹਾ ਹੈਗਾ। ਸੋ ਸਾਡੀ ਪਰਮਾਤਮਾ ਨਾਲ ਤਾਂ ਹੀ ਨਿਭੇਗੀ ਜੇ ਸਾਡਾ ਸੁਭਾਅ ਪਰਮਾਤਮਾ ਵਰਗਾ ਹੋਵੇਗਾ। ਜਿੰਨਾ ਚਿਰ ਅਸੀਂ ਆਪਣਾ ਸੁਭਾਅ ਨਹੀਂ ਬਦਲਦੇ, ਪਰਮਾਤਮਾ ਨਾਲ ਸਾਡੀ ਬਾਣੀ ਨਹੀਂ ਆਉਣੀ ਹੈ। ਜਪੀ ਜੋ ਨਾਮ ਜੋ ਮਰਜ਼ੀ ਪੈ ਕਰੇ, ਬਾਣੀ ਪੜ੍ਹੀ ਜੋ, ਪਹਿਲਾਂ ਸੁਭਾਅ ਹੀ ਨਹੀਂ ਚੇਂਜ ਕਰਦੇ ਅਸੀਂ ਆਪਣਾ। ਜੇ ਅਸੀਂ ਆਪਣਾ ਸੁਭਾਅ ਨਹੀਂ ਨਾ ਬਦਲਦੇ, ਪਰਮਾਤਮਾ ਦੇ ਕੋਈ ਨਸ਼ਾ ਨਹੀਂ ਕਰਦਾ ਅਤੇ ਅਸੀਂ ਸ਼ਰਾਬਾਂ ਪੀਂਦੇ ਹਾਂ, ਕਿਵੇਂ ਸੁਭਾਅ ਮਿਲੇਗਾ? ਵੀ ਕੋਈ ਮਿਲੇਗਾ? ਪਰਮਾਤਮਾ ਤਾਂ ਕਹਿੰਦਾ ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਗੁਰੂ ਉਹਦੀ ਸਹਾਇਤਾ ਕਰਦਾ ਹੈ ਜਿਹੜਾ ਹਰਾਮ ਦੀ ਕਮਾਈ ਨਹੀਂ ਖਾਂਦਾ, ਅਤੇ 90% ਲੋਕ ਹਰਾਮ ਦੀ ਕਮਾਈ 'ਤੇ ਲੱਗੇ ਹੋਏ ਨੇ। ਉਂਝ ਬਾਣੀ ਵੀ ਪੜ੍ਹਦੇ, ਨਿਤਨੇ ਵੀ ਕਰਦੇ, ਗੁਰੂ ਹਾਮੀ ਹੀ ਨਹੀਂ ਭਰਦਾ। ਹਰਾਮ ਦੀ ਕਮਾਈ ਵਾਲਾ ਗੁਰਦੁਆਰੇ ਚਲੇ ਮੱਥਾ ਟੇਕ, ਗੁਰੂ ਬਾਰ ਉਹਦੇ ਨਾਲ ਵੇਖ ਹੀ ਨਹੀਂ ਰਹੇ, ਉਹਦੀ ਸਹਾਇਤਾ ਤਾਂ ਕੀ ਕਰਨੀ, ਉਹਦੇ ਨਾਲ ਵੇਖ ਹੀ ਨਹੀਂ ਰਹੇ। ਵੀ ਤੂੰ ਕਹਦਾ ਮੇਰਾ ਸਿੱਖ, ਤੂੰ ਤੈਨੂੰ ਤਾਂ ਹਰਾਮ ਦੀ ਕਮਾਈ ਕਰ। ਮੈਂ ਕਿਤੇ ਕਿਹਾ ਵੀ ਹਰਾਮ ਦੀ ਕਮਾਈ ਕਰੋ, ਮੈਂ ਤਾਂ ਕਿਹਾ ਦਸਾਂ ਨੂੰ ਦੀ ਕਿਰਤ ਕਰੋ। ਸਾਡਾ ਸੁਭਾਅ ਹੀ ਨਾ ਗੁਰੂ ਨਾਲ ਮੇਲ ਖਾ ਰਿਹਾ, ਨਾ ਪਰਮਾਤਮਾ ਨਾਲ ਮੇਲ ਖਾ ਰਿਹਾ। ਹਾਂ ਠੀਕ ਆ, ਆਪਣਾ ਬਾਣੀ ਪੜ੍ਹੀ, ਨਾਮ ਜਪੀ, ਲੱਗੇ ਰਹੋ। ਪ੍ਰਾਪਤੀ ਤਾਂ ਕੋਈ ਹੋਣੀ ਨਹੀਂ, ਪ੍ਰਾਪਤੀ ਨਹੀਂ ਹੋਣੀ ਜਿੰਨਾ ਚਿਰ ਅਸੀਂ ਆਪਣੀਆਂ ਆਦਤਾਂ ਨਹੀਂ ਚੇਂਜ ਕਰਦੇ ਹਾਂ। ਗੁਰਬਾਣੀ ਜਿੰਨਾ ਗੱਲਾਂ ਤੋਂ ਸਾਨੂੰ ਰੋਕਦੀ ਹੋ, ਰੁਕਣਾ ਪੈਣਾ, ਫਿਰ ਆਤਮਿਕ ਤਰੱਕੀ ਹੋਵੇਗੀ, ਨਹੀਂ ਤਾਂ ਨਹੀਂ ਹੋਵੇਗੀ। ਪਰ ਕਈ ਵਾਰੀ ਤਰੱਕੀ ਨਹੀਂ ਹੋ ਰਹੀ, ਸੁਭਾਅ ਹੀ ਨਹੀਂ ਪਰਮਾਤਮਾ ਗੁਰੂ ਨਾਲ ਮਿਲ ਰਿਹਾ। ਗੁਰੂ ਮਹਾਰਾਜ ਖੁਸ਼ ਹੋਣਗੇ ਤਾਂ ਹੀ ਤਰੱਕੀ ਹੋਵੇਗੀ। ਅਸੀਂ ਗੁਰੂ ਦੀ ਗੱਲ ਹੀ ਨਹੀਂ ਮੰਨਦੇ, ਆਪਣੀ ਮਰਜ਼ੀ ਕਰਦੇ, ਉਹ ਕਰੀ ਜਾ, ਫਿਰ ਕਰੀ ਜਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਏਕ ਜਨ ਕਈ ਮੈਂ ਲੱਖ ਕਰੋੜੀ। ਲੱਖਾਂ ਕਰੋੜਾਂ 'ਚੋਂ ਇੱਕ ਦਨ ਜਿਹੜਾ ਪਰਮਾਤਮਾ ਦਾ ਭਗਤ ਹੁੰਦਾ। ਪਰਮਾਤਮਾ ਅਤੇ ਸੰਤ 'ਚ ਕੋਈ ਫਰਕ ਨਹੀਂ ਹੁੰਦਾ, ਪਰ ਸੰਤ ਲੱਖਾਂ ਕਰੋੜਾਂ 'ਚੋਂ ਇੱਕ ਅੱਧਾ ਹੁੰਦਾ। ਐਵੇਂ ਸੰਤ ਘਰ ਘਰ ਨਹੀਂ ਹੁੰਦੇ, ਨਾ ਸੰਤ ਅੱਗੇ ਲਿਖ ਲੈਣ ਨਾਲ ਕੋਈ ਸੰਤ ਬਣ ਜਾਂਦਾ ਹੈਗਾ। ਸੰਤ ਅਨੰਤ ਹੈ, ਅੰਤਰ ਨਹੀਂ। ਸੰਤ ਉੱਥੇ ਜਾ ਕੇ ਜਦੋਂ ਪਰਮਾਤਮਾ 'ਚ ਭੇਦ ਹੋ ਜਾਏ, ਉਹ ਪਰਮਾਤਮਾ ਅਤੇ ਸੰਤ ਜੀ ਕਹਿੰਦੇ ਕੋਈ ਫਰਕ ਨਹੀਂ ਹੁੰਦਾ। ਸੋ ਸੰਤ ਦੀ ਪਦਵੀ ਬਹੁਤ ਉੱਚੀ ਹੁੰਦੀ ਹੈ। ਸੰਤ ਬਣਨਾ ਬਹੁਤ ਮੁਸ਼ਕਿਲ ਹੈ। ਲੱਖਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਬੰਦਾ ਕਹਿੰਦੇ ਸੰਤ ਬਣਦਾ। ਜਾ ਕੇ ਹੀਏ ਪ੍ਰਗਟ ਪ੍ਰਭ ਹੋਆ, ਅਣ ਦਿਨ ਕੀਰਤਨ ਰਸਨ ਰਮੋਰੀ। ਜਿਹਦੇ ਹਿਰਦੇ 'ਚ ਪਰਮਾਤਮਾ ਪ੍ਰਗਟ ਹੋ ਗਿਆ, ਉਹ ਦਿਨ ਰਾਤ, ਅਣ ਦਿਨ ਰਾਤ ਕੀਰਤਨ ਹੁੰਦਾ ਪਰਮਾਤਮਾ ਦੀ ਸਿਫਤ ਸਲਾਹ। ਉਹ ਦਿਨ ਰਾਤ ਪਰਮਾਤਮਾ ਦੀ ਸਿਫਤ ਸਲਾਹ ਕਦ ਨਾਲ? ਰਸਨ ਰਮੋਰੀ, ਰਸਨਾ ਨਾਲ ਨਾਮ ਜਪਦਾ ਰਹਿੰਦਾ।
ਰਸਨਾ ਦੇ ਨਾਲ ਰਾਮ 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 ਵਾਹਿਗੁਰੂ 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 ਕਰਦਾ ਰਹਿੰਦਾ, ਕਿਉਂਕਿ ਉਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ। ਉਹ ਹੁਣ ਪਰਮਾਤਮਾ ਦੀ ਸਿਫਤ ਸਲਾਹ ਦਿਨ ਰਾਤ ਆਪਣੀ ਰਸਨਾ ਦੇ ਨਾਲ ਕਰਦਾ ਰਹਿੰਦਾ। ਹਮੇਸ਼ਾ ਸ਼ੁਰੂ ਜਿਹੜੀ ਸਿਫਤ ਸਲਾਹ ਰਸਨਾ ਨਾਲ ਹੀ ਹੁੰਦੀ। ਵਾਹਿਗੁਰੂ ਵਾਹਿਗੁਰੂ ਚਾਹੇ ਬੋਲ ਬੋਲ ਕੇ ਕਰ ਲਓ, ਚਾਹੇ ਮਨ 'ਚ ਕਰ ਲਓ। ਪਹਿਲਾਂ ਬੋਲ ਬੋਲ ਕੇ ਹੁੰਦਾ, ਜੇ ਮਨ ਨਾਲ ਨਾ ਲੱਗਦਾ ਹੋਵੇ ਬੋਲ ਬੋਲ ਕੇ ਲੱਗ ਜਾਓ। ਤੁਸੀਂ ਬਾਣੀ ਪੜ੍ਹ ਰਹੇ ਹੋ, ਮਨ ਨਹੀਂ ਲੱਗ ਰਿਹਾ, ਬਾਣੀ ਬੋਲ ਬੋਲ ਕੇ ਪੜ੍ਹਨੀ ਸ਼ੁਰੂ ਕਰ ਦਿਓ, ਮਨ ਲੱਗ ਜਾਏਗਾ। ਬਾਣੀ ਪੜ੍ਹਦਿਆਂ ਭਾਂਤ ਭਾਂਤ ਦੇ ਖਿਆਲ ਆ, ਉਦੋਂ ਉਹਦੇ ਜਦੋਂ ਬਾਣੀ ਮਨ 'ਚ ਪੜ੍ਹਦੇ ਹੋ। ਜਦ ਤੁਸੀਂ ਬਾਣੀ ਬੋਲ ਬੋਲ ਕੇ ਪੜ੍ਹੋਗੇ ਤੁਹਾਡਾ ਧਿਆਨ ਜੁੜ ਜਾਏਗਾ। ਇਸ ਲਈ ਧਿਆਨ ਜੋੜ ਲਈ ਜ਼ਰੂਰੀ ਕਿ ਬੋਲ ਬੋਲ ਕੇ ਬਾਣੀ ਪੜ੍ਹੋ, ਬੋਲ ਬੋਲ ਕੇ ਵਾਹਿਗੁਰੂ 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 ਕਰੋ। ਬੱਚਿਆਂ ਨੂੰ ਕਦੇ ਦੇਖਿਓ, ਉਹ ਬੋਲ ਬੋਲ ਕੇ ਯਾਦ ਕਰਦੇ ਨੇ। ਕਿਸੇ ਬੱਚੇ ਨੂੰ ਕਹੇ ਇਹਨੂੰ ਰੱਟਾ ਲਾ, ਵੱਡੇ ਜਿਹੜਾ ਨਹੀਂ ਗਿਆ, ਉਹ ਤੂੰ ਮਨ 'ਚ ਪੜ੍ਹ ਲਿਆ ਯਾਰ, ਕਿਉਂ ਬੋਲੀ ਜਾਣਾ। ਉਹਨਾਂ ਨੂੰ ਪਤਾ ਨਹੀਂ ਕਿ ਬੱਚਾ ਹੈ, ਤੁਹਾਡੇ ਵਾਂਗੂ ਵੱਡੀ ਉਮਰ ਦਾ ਨਹੀਂ ਹੈਗਾ। ਬੱਚਾ ਹਮੇਸ਼ਾ ਬੋਲ ਬੋਲ ਕੇ ਯਾਦ ਕਰਦਾ, ਕਿਉਂਕਿ ਫਿਰ ਕੰਨਾਂ ਨੂੰ ਆਵਾਜ਼ ਟਕਰਾਉਂਦੀ ਹੈ, ਉਹ ਛੇਤੀ ਯਾਦ ਹੁੰਦਾ। ਇਸ ਲਈ ਜਿਹਦਾ ਬਾਣੀ ਜਾਂ ਨਾਮ 'ਚ ਮਨ ਨਾ ਲੱਗੇ, ਉਹ ਬੋਲ ਬੋਲ ਕੇ ਲੱਗ ਜਾਓ ਬਾਣੀ ਪੜ੍ਹਨ, ਬੋਲ ਬੋਲ ਕੇ ਸਿਮਰ ਕਰਨ ਲੱਗ ਜਾਓ। ਸੋ ਦਿਨ ਰਾਤ ਜਿਹਦੇ ਨਾਲ ਪਰਮਾਤਮਾ ਪ੍ਰਗਟ ਹੋ ਜਾਂਦਾ, ਉਹ ਦਿਨ ਰਾਤ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ, ਉਹਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਤੁਮ ਸਮਰੱਥ ਅਪਾਰ ਅਤ ਉੱਚੇ। ਇਹ ਉੱਚੇ ਨਹੀਂ ਕਹਿਣਾ, ਪੰਜਾਬੀ ਦਾ ਸ਼ਬਦ ਉੱਚੇ, ਹਿੰਦੀ ਦਾ ਸ਼ਬਦ ਉੱਚੇ। ਸਾਨੂੰ ਨਾ ਗਿਆਨ ਹੋਣ ਕਾਰਨ ਅਸੀਂ ਉੱਚੇ ਪੜ੍ਹ ਦਿੰਦੇ ਹਾਂ। ਗਿਆਨ ਹੀ ਨਾ ਹੁੰਦਾ ਵੀ ਕਿਹੜੀ ਭਾਸ਼ਾ ਦਾ ਸ਼ਬਦ ਹੈ। ਪੰਜਾਬੀ 'ਚ ਹੁੰਦਾ ਉੱਚਾ, ਉਚਾਈ, ਉਚਾਨ। ਹਿੰਦੀ 'ਚ ਹੁੰਦਾ ਉੱਚਾ, ਹਿੰਦੀ 'ਚ ਹੁੰਦਾ ਉੱਚਾ। ਹਿੰਦੀ 'ਚ ਉੱਚਾ ਨਹੀਂ ਹੁੰਦਾ, ਉੱਚਾ ਹੁੰਦਾ। ਤੁਮ ਸਮਰੱਥ ਅਪਾਰ ਅਤ ਉੱਚੇ, ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ। ਹੇ ਪਰਮਾਤਮਾ, ਤੁਸੀਂ ਸਮਰੱਥ ਹੋ, ਤੁਸੀਂ ਅਪਾਰ ਬੇਅੰਤ ਹੋ, ਅਤ ਉੱਚੇ, ਤੁਸੀਂ ਬਹੁਤ ਉੱਚੇ ਹੋ। ਉੱਚੇ ਤਾਂ ਭਾਵ ਨਹੀਂ ਕਿ ਪਰਮਾਤਮਾ 100 ਫੁੱਟ 200 ਫੁੱਟ ਉੱਚਾ ਹੈ, ਪਰ ਬਹੁਤ ਗ੍ਰੇਟ ਹੈ, ਮਹਾਨ ਹੈ, ਆਹ ਭਾਵ ਹੈ। ਕਿਤੇ ਉੱਚੇ ਤਾਂ ਸਮਝ ਲਓ ਵੀ ਹਾਂ ਪਰ 200 ਫੁੱਟ 400 ਫੁੱਟ 600 ਫੁੱਟ ਉੱਚਾ ਹੈ। ਇਸ ਤਰ੍ਹਾਂ ਪਰਮਾਤਮਾ ਕੋਈ ਕੱਦ ਕਾਠ ਨਹੀਂ ਹੈ, ਉਹਦੀ ਮਹਾਨਤਾ ਪ੍ਰਗਟ ਕੀਤੀ ਹੋਈ ਹੈ। ਤੁਸੀਂ ਸਮਰੱਥ ਹੋ, ਤੁਸੀਂ ਸਭ ਕੁਛ ਕਰ ਸਕਦੇ ਹੋ, ਤੁਸੀਂ ਸਭ ਕੁਛ ਕਰਾ ਸਕਦੇ ਹੋ। ਅਪਾਰ, ਤੁਸੀਂ ਬੇਅੰਤ ਹੋ। ਅਤ ਉੱਚੇ, ਤੁਸੀਂ ਬਹੁਤ ਮਹਾਨ ਹੋ। ਸੁਖ ਦਾਤੇ, ਤੁਸੀਂ ਸੁੱਖਾਂ ਦੇ ਦਾਤੇ ਹੋ। ਪ੍ਰਭ ਪ੍ਰਾਣ ਅਧੋਰੀ, ਹੇ ਪਰਮਾਤਮਾ, ਤੁਸੀਂ ਮੇਰੇ ਪ੍ਰਾਣਾਂ ਦਾ ਆਧਾਰ ਹੋ, ਮੇਰੇ ਪ੍ਰਾਣਾਂ ਦਾ ਓਟ ਆਸਰਾ ਹੋ। ਅਧੋਰੀ ਹੁੰਦਾ ਆਧਾਰ, ਜਿਸ 'ਤੇ ਕੋਈ ਚੀਜ਼ ਟਿਕੀ ਹੋਈ ਹੋਵੇ। ਤੁਸੀਂ ਮੇਰੇ ਪ੍ਰਾਣ ਦਾ ਆਧਾਰ ਹੋ, ਤੁਸੀਂ ਮੇਰੇ ਪ੍ਰਾਣਾਂ ਦਾ ਓਟ ਆਸਰਾ ਹੋ। ਤੁਸੀਂ ਸੁਖ ਦਾਤੇ ਹੋ, ਤੁਸੀਂ ਬਹੁਤ ਉੱਚੇ, ਬਹੁਤ ਮਹਾਨ ਹੋ। ਅਪਾਰ, ਤੁਸੀਂ ਬੇਅੰਤ ਹੋ। ਸਮਰੱਥ, ਤੁਸੀਂ ਸਮਰੱਥ ਹੋ। ਨਾਨਕ ਕੋ ਪ੍ਰਭ ਕੀਜੈ ਕਿਰਪਾ, ਹੇ ਪਰਮਾਤਮਾ ਮੇਰੇ 'ਤੇ ਕਿਰਪਾ ਕਰ। ਕੀ ਕਿਰਪਾ ਕਰ? ਫਿਰ ਆਪੇ ਕਿਆ ਕਰ ਮਨ 'ਚ। ਹੁਣ ਕਿ ਮੇਰੇ 'ਤੇ ਕਿਰਪਾ ਕਰ, ਮਨ 'ਚ ਕਹੋ ਕੀ ਕਿਰਪਾ ਕਰ? ਹੁਣ ਸੰਤਨ ਕੈ ਸੰਗ ਸੰਗੋਰੀ, ਉਹ ਸੰਤਾਂ ਦੀ ਮੈਨੂੰ ਸੰਗਤ ਦੇ ਦੇ ਬਸ। ਸੰਗੋਰੀ ਮੈਨੇ ਸੰਗਤ। ਹੁਣ ਸੰਤਨ ਕੈ ਸੰਗ ਸੰਗੋਰੀ, ਉਹ ਸੰਤ ਜਿਨ੍ਹਾਂ ਨੇ ਤੈਨੂੰ ਪ੍ਰਾਪਤ ਕਰ ਲਿਆ ਹੈ, ਉਹਨਾਂ ਸੰਤਾਂ ਦੀ ਮੈਨੂੰ ਸੰਗਤ ਬਖਸ਼, ਮੈਨੂੰ ਉਹਨਾਂ ਦੀ ਸੰਗਤ ਦੇ ਵਿੱਚ ਰੱਖ। ਇਹ ਮੇਰੀ ਕਦੇ ਬੇਨਤੀ ਹੈ। ਕੋਈ ਧੀ ਪੁੱਤ ਨਹੀਂ ਮੰਗਿਆ, ਕੋਈ ਜਾਇਦਾਦ ਨਹੀਂ ਮੰਗੀ, ਕੋਈ ਮਾਇਆ ਨਹੀਂ ਮੰਗੀ, ਕੋਈ ਪਦਵੀ ਨਹੀਂ ਮੰਗੀ। ਇਹ ਕਿਹਾ ਮੈਨੂੰ ਸੰਤਾਂ ਦੀ ਸੰਗਤ 'ਚ ਰੱਖ, ਕਿਉਂਕਿ ਨਾਮ ਜਪਣ ਵਾਲਾ ਜੀ ਅਸੀਂ ਸੰਗਤ 'ਚ ਰਹਾਂਗੇ ਤਾਂ ਹੀ ਨਾਮ ਜਪਾਂਗੇ ਨਾ। ਜਿਹੋ ਜਿਹਿਆਂ ਦੀ ਸੰਗਤ 'ਚ ਰਹਾਂਗੇ ਉਹਦਾ ਸਾਡੇ 'ਤੇ ਅਸਰ ਹੁੰਦਾ ਹੈ। ਤੁਹਾਡਾ ਬੱਚਾ ਬਦਕਿਸਮਤੀ ਨਾਲ ਭੈੜੀ ਸੰਗਤ 'ਚ ਚਲੇ ਗਿਆ, ਬਸ ਜ਼ਿੰਦਗੀ ਬਰਬਾਦ ਹੋ ਜਾਣੀ ਹੈ। ਬੱਚੇ ਦਾ ਬੜਾ ਖਿਆਲ ਰੱਖਣਾ ਪੈਂਦਾ ਹੈ, ਪਰ ਬਾਪੂ ਤੇ ਆਪ ਹੀ ਕੁਸੰਗੀ ਨੇ, ਖਿਆਲ ਕੌਣ ਰੱਖੇ?
ਖਿਆਲ ਕਰ। ਅਸੀਂ ਹੇਠਾਂ 2 ਗੁਸਲਖਾਨੇ ਬਣਾਏ ਹੋਏ ਨੇ। ਤੰਗ ਆ ਕੇ ਲਿਖਤਾ ਇਹ ਭਾਈਆਂ ਲਈ ਗੁਸਲਖਾਨਾ, ਇਹ ਬੀਬੀਆਂ ਲਈ ਹੈ। ਭਾਈਆਂ ਦਾ ਗੁਸਲਖਾਨਾ ਸਾਫ਼ ਹੈ, ਬੀਬੀਆਂ ਦੇ ਸੜੇ ਹਣ ਮਾਰਦੀ ਹੈ। ਕਾਹਦੀਆਂ ਬੀਬੀਆਂ ਨੇ? ਫਿਰ ਸੱਸਾਂ ਤੋਂ ਜਾ ਕੇ ਛਿੱਤਰ ਹੀ ਖਾਣੇ ਨੇ। ਫਿਰ ਕਹਿੰਦੀ ਮੇਰੀ ਸੱਸ ਕਪੱਤੀ ਹੈ। ਸੱਸ ਕਪੱਤੀ ਨੇ, ਤੁਸੀਂ ਕੁਚੱਜੇ ਹੋ। ਤੁਹਾਡੀਆਂ ਮਾਵਾਂ ਕੁਚੱਜੀਆਂ ਨੇ ਨਾ, ਉਹਨਾਂ ਚੱਜ ਨਹੀਂ ਸਿਖਾਇਆ ਉਹਨਾਂ ਨੇ ਕਿ ਪਾਣੀ ਵੀ ਡੋਲੀ ਦਿੰਦਾ ਪਿਸ਼ਾਬ ਕਰਕੇ ਨਾ, ਉਹਨਾਂ ਦਾ ਗੰਦਾ। ਹਾਲਾਂਕਿ ਔਰਤਾਂ ਵਾਲਾ ਗੁਸਲਖਾਨਾ ਸਾਫ਼ ਸੁਥਰਾ ਚਾਹੀਦਾ ਨਾ, ਉਹਨਾਂ ਦਾ ਗੰਦਾ, ਭਾਈਆਂ ਵਾਲਾ ਸਾਫ਼ ਹੈ। ਪਹਿਲਾਂ ਇਕੱਠੇ ਸਨ, ਜਿੱਧਰ ਮਰਜੀ ਮੈਂ ਨਾ ਪਈ ਅੱਡ ਅੱਡ ਕਹੋ। ਭਾਈਆਂ ਦਾ ਅਗਲੇ ਪਾਸੇ ਗੁਸਲਖਾਨਾ, ਬੀਬੀ ਦੇ ਪਿਛਲੇ ਪਾਸੇ, ਉੱਥੇ ਕਰੋ। ਲਿਖ ਵੀ ਦਿੱਤਾ ਉੱਤੇ ਕਾਗਜ਼ 'ਤੇ। ਅੱਜ ਚੈੱਕ ਕੀਤਾ, ਬੀਬੀਆਂ ਦੇ ਗੁਸਲਖਾਨੇ ਸੜੇ ਹਣ ਮਾਰਦੀ ਹੈ। ਇਹਨਾਂ 'ਚ ਇੰਨੀ ਅਕਲ ਨਹੀਂ ਕਿ ਅਸੀਂ ਕੋਈ ਪਾਣੀ ਡੋਲ ਦਈਏ, ਕੋਈ ਬਾਲਟੀ ਪਾਣੀ ਡੋਲੇ ਸਾਫ਼ ਹੀ ਕਰ ਲਈ ਨਾ। ਕੁਚੱਜੇ ਜਿਹੇ ਲੋਕ ਨੇ, ਉਂਝ ਪਾਠੀ ਬਣੇ ਹੋਏ ਨੇ। ਵੈਸੇ ਪਾਠੀ ਦੇ ਬਣਦੇ ਹੀ ਹੋਏ ਨੇ ਜਿਹੜੇ ਹੁੰਦੇ ਕੁਚੱਜੇ, ਜਿਹੜੇ ਕੱਖ ਆਉਂਦੇ ਨਹੀਂ ਉਹ ਪਾਠੀ ਬਣ ਜਾਂਦੇ। ਪਾਠੀ ਇੰਟੈਲੀਜੈਂਟ ਬੰਦਾ ਨਹੀਂ ਬਣਦਾ ਹੈਗਾ। ਜਿਹੜਾ ਹੁਸ਼ਿਆਰ ਬੱਚਾ ਕਦੇ ਪਾਠੀ ਨਹੀਂ ਬਣੇਗਾ। ਉਹ ਪੜ੍ਹਾਈ ਕਰੇਗਾ, ਉਹ ਨੌਕਰੀ ਕਰੇਗਾ। ਜਿਹਨਾਂ ਕੱਖ ਨਹੀਂ ਆਉਂਦਾ ਪਾਠੀ ਬਣ ਜਾਂਦੇ, ਅਤੇ ਜਿਹਨਾਂ ਆਉਂਦੇ ਹੀ ਕੱਖ ਨਹੀਂ ਉਹਨਾਂ ਨੇ ਗੁਸਲਖਾਨੇ ਕਿਆ ਸਾਫ਼ ਕਰਨਾ? ਉਹਨਾਂ ਆਉਂਦੇ ਹੀ ਕੱਖ ਨਹੀਂ, ਇਸ ਲਈ ਪਾਠੀ ਹੋ ਗਏ। ਜਿਹੜੇ ਨਖੇਦਰ ਹੁੰਦੇ ਨਾ ਪੜ੍ਹਾਈ 'ਚ, ਉਹ ਫਿਰ ਪਾਠੀ ਉਹਦੇ ਵਿੱਚ ਚਲੋ ਰੋਟੀ 'ਤੇ ਕਮਾ ਕੇ ਖਾਣੀ ਹੈ, ਔਰ ਗਲਤ ਕਰ ਜੋ ਠੀਕ ਹੈ। ਕਿਹੜੇ ਲੋਕਾਂ ਨੂੰ ਕੀ ਪਤਾ ਕੀ ਹੈ ਅਤੇ ਕੀ ਨਹੀਂ। ਆਮ ਲੋਕਾਂ ਨੂੰ ਕੀ ਪਤਾ ਪਾਠ ਠੀਕ ਕਰ ਰਿਹਾ ਕਿ ਗਲਤ ਕਰ ਰਿਹਾ। ਜਿਹੜਾ ਕਦੇ ਪਾਠ ਆਵੇ, ਤੁਹਾਨੂੰ ਤੁਸੀਂ ਪਾਠੀ ਬੈਠੇ ਹੋ, ਤੁਹਾਨੂੰ ਤਾਂ ਪਤਾ ਲੱਗਦਾ ਇਹ ਪਾਠ ਠੀਕ ਕਰਦਾ ਕਿ ਗਲਤ ਕਰਦਾ। ਜਿਹੜੇ ਕਦੇ ਵਿਚਾਰੇ ਪਿੰਡਾਂ ਵਾਲੇ ਜੋ ਮਰਜ਼ੀ ਕਰੀ ਜਾਓ ਜੀ, ਪਿੰਡਾਂ ਪਾਠੀ ਬੋਲਦੇ ਹੀ ਨਹੀਂ ਹੈਗੇ। ਅਤੇ ਕਈ ਮੈਂ ਕਿੱਥੇ ਚਲੇ ਗਏ, ਗੁਰਦੁਆਰੇ ਚਲੇ ਗਏ, ਉੱਥੇ ਪਾਠੀ ਐਂ ਕਰ ਰਿਹਾ। ਮੈਂ ਕਿਹਾ ਇੰਨੀ ਸਪੀਡ ਨਾਲ ਸਿਰ ਹਿਲਾ ਰਿਹਾ, ਪੜ੍ਹ ਕੇ ਨਿਗਾਹ ਕਿੱਥੇ ਟਿਕੇਗੀ ਦੀ? ਐਂ ਕਰ ਨਿਬੜ ਗਿਆ ਕੰਮ। ਨਾ ਬੋਲਣਾ ਨਾ ਕਰਨਾ, ਮੂੰਹ 'ਤੇ ਕੱਪੜਾ ਬੰਨਿਆ ਹੋਇਆ, ਬਸ ਐਂ ਕਰ। ਚਲੋ ਹੌਲੀ ਹੌਲੀ ਕਰਿਆ ਅਤੇ ਐਂ ਤਾਂ ਕੋਈ ਮੰਨਿਆ ਵੀ ਹੈ ਜੀ। ਐਂ ਕਰ। ਮੈਂ ਲੈ ਜਾਓ ਅਤੇ ਸਿਰ ਆਦਤ ਪੈ ਗਈ ਨੂੰ ਐਂ ਸਿਰ ਮਾਰਨ ਦੀ। ਨਿਗਾਹ ਕਿੱਥੇ ਟਿਕੇਗੀ? ਚੱਲ ਰਿਹਾ ਬਸ। ਇਸ ਲਈ ਮੈਨੂੰ ਬਹੁਤ ਅਫਸੋਸ ਨੇ ਵੀ ਇਹ ਨਖਿੱਧ ਲੋਕ ਸਨ ਤਾਂ ਪਾਠੀ ਬਣ ਗਏ। ਕਿਉਂ? ਹੋਰ ਕੋਈ ਕੰਮ ਹੀ ਨਹੀਂ ਮਿਲਿਆ। ਪੜ੍ਹਾਈ ਆਉਂਦੀ ਕੋਈ ਨਹੀਂ ਸੀ। ਟੀਚਰਾਂ ਦੇ ਕੁੱਟ ਖਾਂਦੇ ਸਨ, ਫਿਰ ਹਟ ਗਏ, ਫਿਰ ਕਿ ਚੱਲ ਪਾਠੀ ਬਣ ਜਾਓ। ਧਰਮ ਅਨਪੜ੍ਹਾਂ ਦੇ ਹੱਥ 'ਚ ਆ ਗਿਆ ਹੈ, ਇਸ ਲਈ ਇਹ ਨਹੀਂ ਤਰੱਕੀ ਕਰ ਸਕਦਾ। ਧਰਮ ਨਹੀਂ ਤਰੱਕੀ ਕਰ ਸਕਦਾ, ਇਹ ਅਨਪੜ੍ਹਾਂ ਦੇ ਹੱਥ 'ਚ ਆ ਗਿਆ ਹੈ। ਅਨਪੜ੍ਹੀ ਅਨਪੜ੍ਹ, ਅਨਪੜ੍ਹੀ ਅਨਪੜ੍ਹ ਇਕੱਠੇ ਹੋ ਗਏ ਨੇ। 2.5 ਜਮਾਤਾਂ ਪੜ੍ਹੇ ਹੋਏ ਨੇ ਸਾਰੇ। ਹਨ ਨਹੀਂ ਗੱਲ ਬਣਦੀ ਕੋਈ। ਸੋ ਤਾਂ ਕਹਿੰਦੇ ਨਾਨਕ ਪ੍ਰਭ ਕੀਜੈ ਕਿਰਪਾ, ਹੇ ਪ੍ਰਭਾਤਾ ਮੇਰੇ 'ਤੇ ਕਿਰਪਾ ਕਰ। ਹੁਣ ਸੰਤਨ ਕੈ ਸੰਗ ਸਗੋਰੀ, ਮੈਨੂੰ ਉਹਨਾਂ ਸੰਤਾਂ ਦੀ ਸੰਗਤ ਵਿੱਚ ਰੱਖ ਜਿਹੜੇ ਤੈਨੂੰ ਮਿਲ ਪਏ ਨੇ, ਜਿਹੜੇ ਤੇਰਾ ਨਾਮ ਜਪਦੇ ਹਨ। ਤੁਮ ਸਮਰੱਥ ਅਪਾਰ ਅਤਿ ਊਚੇ, ਤੁਮ ਸਮਰੱਥ ਅਪਾਰ ਅਤਿ ਊਚੇ, ਤੁਮ ਸਮਰੱਥ ਅਪਾਰ ਅਤਿ ਊਚੇ, ਤੁਮ ਸਮਰੱਥ ਅਪਾਰ ਅਤਿ ਊਚੇ। ਸੁਖ ਦਾਤੇ ਪ੍ਰਭ ਪ੍ਰਾਨ ਅਦੋਰੀ, ਸੁਖ ਦਾਤੇ ਪ੍ਰਭ ਪ੍ਰਾਨ ਅਦੋਰੀ, ਪ੍ਰਭ ਪ੍ਰਾਨ ਅਦੋਰੀ, ਸੁਖ ਦਾਤੇ ਪ੍ਰਭ ਪ੍ਰਾਨ ਅਦੋਰੀ। ਨਾਨਕ ਕੋ ਪ੍ਰਭ ਕੀਜੈ ਕਿਰਪਾ, ਨਾਨਕ ਕੋ ਪ੍ਰਭ ਕੀਜੈ ਕਿਰਪਾ, ਨਾਨਕ ਕੋ ਪ੍ਰਭ ਕੀਜੈ ਕਿਰਪਾ, ਨਾਨਕ ਕੋ ਪ੍ਰਭ ਕੀਜੈ ਕਿਰਪਾ। ਹੁਣ ਸੰਤਨ ਕੈ ਸੰਗ ਸੰਗੋਰੀ, ਹੁਣ ਸੰਤਨ ਕੈ
ਸੰਗ ਸੰਗੋਰੀ ਸੰਗ ਸੰਗੋਰੀ ਸੰਗ ਸੰਗੋਰੀ। ਗੌੜੀ ਮਹੱਲਾ ਪੰਜਵਾਂ। ਤੁਮ ਹਰ ਸੇਤੀ ਰਾਤੇ ਸੰਤੋ, ਨਿਭਾ ਲਿਹੋ ਮੋਕੋ ਪੁਰਖ ਵਿਧਾਤੇ, ਓੜ ਪਹੁੰਚਾਵੋ ਦਾਤੇ। ਤੁਮ ਹਰ ਸੇਤੀ ਰਾਤੇ ਸੰਤੋ, ਹੇ ਸੰਤੋ ਤੁਸੀਂ ਹਰੀ ਨੂੰ ਪਿਆਰ ਕਰਦੇ ਹੋ, ਤੁਸੀਂ ਹਰੀ ਨੂੰ ਬਹੁਤ ਪਿਆਰ ਕਰਦੇ ਹੋ, ਉਹਦੇ ਪਿਆਰ 'ਚ ਰੰਗੇ ਹੋਏ ਹੋ। ਨਿਭਾ ਲਿਹੋ ਮੋਕੋ ਪੁਰਖ ਵਿਧਾਤੇ, ਹੇ ਪਰਮਾਤਮਾ, ਵਿਧਾਤਾ ਪਰਮਾਤਮਾ ਨੂੰ ਕਹਿੰਦੇ ਨੇ, ਪੁਰਖ ਜਿਹੜਾ ਸਭ ਦੇ ਵਿੱਚ ਵਸਦਾ ਹੈ। ਭਾਵ ਹੇ ਪਰਮਾਤਮਾ, ਮੇਰੀ ਵੀ ਤੁਹਾਡੇ ਨਾਲ ਤੋੜ ਨਿਭ ਜਾਏ, ਮੇਰੀ ਵੀ ਤੁਹਾਡੇ ਨਾਲ ਤੋੜ ਨਿਭ ਜਾਏ। ਓੜ ਪਹੁੰਚਾਵੋ ਦਾਤੇ, ਮੈਨੂੰ ਵੀ ਮੰਜ਼ਿਲ 'ਤੇ ਪਹੁੰਚਾ ਦਿਓ। ਓੜ ਹੁੰਦੇ ਅੰਤ ਤੱਕ, ਮੈਨੂੰ ਵੀ ਉਸ ਮੰਜ਼ਿਲ 'ਤੇ ਪਹੁੰਚਾ ਦਿਓ ਜਿੱਥੇ ਸੰਤ ਪਹੁੰਚੇ ਹੋਏ ਹਨ। ਮੈਨੂੰ ਵੀ, ਮੇਰੀ ਵੀ ਤੁਹਾਡੇ ਨਾਲ ਨਿਭ ਜਾਵੇ। ਤੁਮਰਾ ਮਰਮ ਤੁਮਾ ਹੀ ਜਾਣਿਆ, ਤੁਮ ਪੂਰਨ ਪੁਰਖ ਵਿਧਾਤੇ। ਮਰਮ ਹੁੰਦਾ ਭੇਦ, ਇਹ ਫਾਰਸੀ ਦਾ ਸ਼ਬਦ ਹੈ, ਭੇਦ ਮਰਮ। ਤੁਮਰਾ ਮਰਮ ਤੁਮਾ ਹੀ ਜਾਣਿਆ, ਤੇਰੇ ਭੇਦ ਨੂੰ ਤੂੰ ਹੀ ਜਾਣਦਾ ਹੈ। ਅਸੀਂ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਦੇ ਹਾਂ, ਉਹ ਸਾਡੇ ਭੇਦ ਨੂੰ ਜਾਣਦਾ ਕਿਉਂਕਿ ਅੰਤਰਜਾਮੀ ਹੈ। ਉਹ ਅੰਤਰਜਾਮੀ ਹੈ, ਸਾਡੇ ਮਨ 'ਚ ਕੀ ਹੈ ਉਹ ਜਾਣਦਾ ਹੈ, ਪਰ ਪਰਮਾਤਮਾ ਦੇ ਮਨ 'ਚ ਕੀ ਹੈ ਉਹ ਸਾਨੂੰ ਨਹੀਂ ਪਤਾ ਹੈ। ਤੁਹਾਡਾ ਭੇਦ ਤੁਸੀਂ ਹੀ ਜਾਣਦੇ ਹੋ। ਤੁਮ ਪੂਰਨ ਪੁਰਖ ਵਿਧਾਤੇ, ਹੇ ਪਰਮਾਤਮਾ ਤੁਸੀਂ ਪੂਰਨ ਹੋ, ਤੁਸੀਂ ਸਭ ਦੇ ਵਿੱਚ ਬਿਰਾਜਮਾਨ ਹੋ। ਰਾਖੋ ਸ਼ਰਨ ਅਨਾਥ ਦੀਨ ਕੋ, ਕਰੋ ਹਮਾਰੀ ਗਤਿ। ਹੇ ਪਰਮਾਤਮਾ, ਮੈਂ ਦੀਨ ਹਾਂ, ਮੈਂ ਅਨਾਥ ਹਾਂ, ਮੈਂ ਨਿਮਾਣਾ ਹਾਂ, ਮੇਰਾ ਕੋਈ ਨਹੀਂ ਹੈ। ਹੇ ਪਰਮਾਤਮਾ, ਤੁਸੀਂ ਮੈਨੂੰ ਆਪਣੀ ਸ਼ਰਨ 'ਚ ਰੱਖੋ। ਰਾਖੋ ਸ਼ਰਨ ਅਨਾਥ ਦੀਨ ਕੋ, ਮੈਂ ਅਨਾਥ ਹਾਂ, ਮੈਂ ਦੀਨ ਹਾਂ, ਮੈਨੂੰ ਆਪਣੀ ਸ਼ਰਨ 'ਚ ਰੱਖੋ। ਕਰੋ ਹਮਾਰੀ ਗਾਤੇ, ਗਾਤੇ ਮੈਨੇ ਗਤੀ, ਅਤੇ ਸਾਡੀ ਗਤੀ ਕਰ ਦਿਓ, ਭਾਵ ਸਾਡੀ ਮੁਕਤੀ ਕਰ ਦਿਓ, ਜੰਮਣ ਮਰਨ ਤੋਂ ਸਾਨੂੰ ਰਹਿਤ ਕਰ ਦਿਓ। ਤਰਨ ਸਾਗਰ ਬੋਹਿਤ ਚਰਨ ਤੁਮਾਰੇ, ਤੁਮ ਜਾਣੋ ਆਪਣੀ ਭਾਂਤੇ। ਹੇ ਪਰਮਾਤਮਾ, ਬੋਹਿਤ ਹੁੰਦਾ ਸਮੁੰਦਰੀ ਜਹਾਜ਼, ਜਿਹੜੇ ਤੁਹਾਡੇ ਚਰਨ ਨੇ ਨਾ, ਕਹਿੰਦੇ ਇਹ ਤਾਂ ਜਹਾਜ਼ ਦਾ ਕੰਮ ਕਰਦੇ ਨੇ। ਤੁਹਾਡੇ ਇਸ ਜਹਾਜ਼, ਤੁਹਾਡੇ ਚਰਨ ਰੂਪੀ ਜਹਾਜ਼ 'ਚ ਮੈਂ ਬੈਠ ਕੇ ਤਰਨ ਸਾਗਰ, ਮੈਂ ਸੰਸਾਰ ਸਮੁੰਦਰ ਨੂੰ ਤਰ ਸਕਦਾ ਹਾਂ। ਇਸ ਸੰਸਾਰ ਨੂੰ ਸਮੁੰਦਰ ਕਿਹਾ ਹੋਇਆ, ਜਿਵੇਂ ਸਮੁੰਦਰ ਨੂੰ ਬਿਨਾਂ ਜਹਾਜ਼ ਜਾਂ ਕਿਸ਼ਤੀ ਤੋਂ ਤਰਿਆ ਨਹੀਂ ਜਾ ਸਕਦਾ, ਇਸ ਤਰ੍ਹਾਂ ਸੰਸਾਰ ਹੈ, ਇੱਥੇ ਗੁਰੂ ਤੋਂ ਬਿਨਾਂ ਵੀ ਅਸੀਂ ਇਸ ਬੁਰਾਈਆਂ ਤੋਂ ਬਚ ਕੇ ਨਹੀਂ ਰਹਿ ਸਕਦੇ। ਇਸ ਲਈ ਜੇ ਬੁਰਾਈਆਂ ਤੋਂ ਬਚਣਾ ਤਾਂ ਫਿਰ ਗੁਰੂ ਦਾ ਓਟ ਆਸਰਾ ਚਾਹੀਦਾ ਹੈ, ਅਤੇ ਗੁਰੂ ਦੇ ਜਿਹੜੇ ਚਰਨ ਨੇ ਉਹ ਜਹਾਜ਼ ਦਾ ਕੰਮ ਕਰਦੇ। ਤਰਨ ਸਾਗਰ ਬੋਹਿਤ ਚਰਨ ਤੁਮਾਰੇ, ਹੇ ਪਰਮਾਤਮਾ ਤੁਹਾਡੇ ਚਰਨ ਜਿਹੜੇ ਨੇ ਇਹ ਜਹਾਜ਼ ਦਾ ਕੰਮ ਕਰਦੇ ਨੇ, ਇਸ ਲਈ ਤਾਂ ਹੀ ਇਹ ਤਰਿਆ ਜਾ ਸਕਦਾ ਸੰਸਾਰ ਸਮੁੰਦਰ, ਜੇ ਤੁਹਾਡੇ ਚਰਨਾਂ ਰੂਪੀ ਜਹਾਜ਼ ਕੋਈ ਬੈਠੇਗਾ। ਤੁਮ ਜਾਣੋ ਆਪਣੀ ਭਾਂਤੇ, ਤੁਸੀਂ ਆਪਣੀ ਕਿਸ ਤਰੀਕੇ ਨਾਲ ਤੁਸੀਂ ਪਾਰ ਉਤਾਰਾ ਕਰਨਾ ਹੈ, ਵਿਧੀ ਜਿਹੜੀ ਹੈ ਇਹ ਤੁਸੀਂ ਹੀ ਜਾਣਦੇ ਹੋ। ਪਰਮਾਤਮਾ ਜਾਣਦਾ ਹੈ ਕਿ ਉਸਨੇ ਕਿਸ ਤਰ੍ਹਾਂ ਇਸ ਜੀਵ ਦਾ ਪਾਰ ਉਤਾਰਾ ਕਰਨਾ ਹੈ, ਉਹ ਢੰਗ ਤਰੀਕਾ, ਭਾਂਤੇ ਢੰਗ ਤਰੀਕਾ ਪਰਮਾਤਮਾ ਜਾਣਦਾ ਹੈ। ਕਰ ਕਿਰਪਾ ਜਿਸ ਰਾਖੋ ਸੰਗੇ, ਤੇ ਪਾਰ ਪਰਤੇ, ਜਿਸ 'ਤੇ ਤੁਸੀਂ ਕਿਰਪਾ ਕਰਕੇ ਉਹਨੂੰ ਨਾਲ ਰੱਖਦੇ ਹੋ। ਹੇ ਪਰਮਾਤਮਾ, ਕਰ ਕਿਰਪਾ ਜਿਸ ਰਾਖੋ ਸੰਗੇ, ਸੰਗੇ ਮੈਨੇ ਨਾਲ, ਜਿਸ ਇਨਸਾਨ 'ਤੇ ਤੁਸੀਂ ਕਿਰਪਾ ਕਰਕੇ ਉਹਨੂੰ ਆਪਣੇ ਨਾਲ ਰੱਖਦੇ ਹੋ ਨਾ, ਤੇ ਪਾਰ ਪਰਾਤੇ, ਉਹੀ ਪਾਰ ਉਤਰ ਜਾਂਦੇ ਹਨ। ਭਾਵ ਜਿਹੜੇ ਵੀ ਪਰਮਾਤਮਾ ਦੀ ਸੰਗਤ ਕਰਦੇ ਰਹਿੰਦੇ ਨੇ, ਉਹੀ ਇਸ ਭਵ ਸਾਗਰ ਤੋਂ ਪਾਰ ਉਤਰ ਜਾਂਦੇ, ਪਾਰ ਪਰਾਤੇ, ਪਰਲੇ ਬੰਨੇ ਲੱਗ ਜਾਂਦੇ, ਪਾਰ ਉਤਰ ਜਾਂਦੇ ਹਨ।
ਈਤ ਊਤ ਪ੍ਰਭ ਤੁਮ ਸਮਰਥ, ਸਭ ਕੁਛ ਤੁਮਰੇ ਹੱਥ। हे ਪ੍ਰਮਤ, ਈਤ ਇੱਥੇ, ਊਤ ਉੱਥੇ, ਭਾਵ ਲੋਕ ਪਰਲੋਕ। हे ਪਰਮਾਤਮਾ, ਤੂੰ ਲੋਕ ਪਰਲੋਕ ਦੇ ਵਿੱਚ ਸਮਰੱਥ ਹੈ। ਸਭ ਕੁਛ ਤੁਮਰੇ ਹੱਥ, ਤੇ ਸਾਰਾ ਕੁਝ ਤੇਰੇ ਹੱਥ 'ਚ। ਜੋ ਤੂੰ ਮਰਜ਼ੀ ਕਰ ਸਕਦਾ ਹੈ, ਜੋ ਤੂੰ ਮਰਜ਼ੀ ਕਰਾ ਸਕਦਾ ਹੈ, ਤੂੰ ਲੋਕ ਪਰਲੋਕ ਦੇ ਵਿੱਚ ਸਮਰੱਥ ਹੈ। ਐਸਾ ਨਿਧਾਨ ਦੇਹੋ ਮੋਹ ਕੋ, ਹਰ ਜਨ ਚਲੇ ਹਮਾਰਾ ਸਥ। हे ਪਰਮਾਤਮਾ, ਮੈਨੂੰ ਇਹੋ ਜਿਹਾ ਨਾਮ ਧਨ ਦਿਓ ਜਿਹੜਾ ਸਾਡੇ ਨਾਲ ਚੱਲੇ, ਸਾਡੇ ਨਾਲ ਚੱਲੇ। ਐਸਾ ਨਿਧਾਨ ਦੇਹੋ ਮੋਹ ਕੋ ਹਰ ਜਨ। हे ਹਰੀ ਦੇ ਭਗਤੋ, ਮੈਨੂੰ ਇਹੋ ਜਿਹਾ ਖਜ਼ਾਨਾ ਬਖਸ਼ੋ ਜਿਹੜਾ ਸਾਡੇ ਨਾਲ ਜਾਏ, ਮਰਨ ਤੋਂ ਬਾਅਦ ਵੀ ਨਾਲ ਜਾਵੇ, ਅਤੇ ਉਹ ਨਾਮ ਧਨ ਹੀ ਨਾਲ ਜਾਣਾ ਹੈ। ਸੰਸਾਰਕ ਧਨ ਇੱਥੇ ਰਹਿ ਜਾਂਦਾ ਹੈ। ਦੋ ਧਨ ਹੁੰਦੇ ਨੇ, ਇੱਕ ਨਾਮ ਧਨ, ਇੱਕ ਸੰਸਾਰਕ ਧਨ। ਸੰਸਾਰਕ ਧਨ ਤਾਂ ਮਾਇਆ ਹੈ, ਇਹ ਤਾਂ ਵਰਤਣ ਲਈ ਹੈ, ਇਹ ਇਕੱਠੀ ਕਰਨ ਲਈ ਨਹੀਂ ਹੈ। ਇਕੱਠਾ ਤਾਂ ਉਹ ਕਰਨਾ ਚਾਹੀਦਾ ਜਿਹਨੂੰ ਨਾਲ ਲੈ ਜਾਣਾ, ਅਤੇ ਇਹ ਮਾਇਆ ਨੂੰ ਅਸੀਂ ਨਾਲ ਲਿਜਾ ਹੀ ਨਹੀਂ ਸਕਦੇ, ਅਤੇ ਫਿਰ ਇਹਨੂੰ ਇਕੱਠਿਆਂ ਕਰਕੇ ਇੰਨੇ ਕਰੋੜਾਂ ਅਰਬਾਂ ਖਰਬਾਂ ਕੀ ਕਰਨਾ, ਇੱਥੇ ਰਹਿ ਰੂ ਜਾਣੀ ਹੈ। ਸਾਡੀ ਫੂਕ ਪਤਾ ਨਹੀਂ ਕਦੋਂ ਨਿਕਲ ਜਾਣੀ ਹੈ, ਇੱਥੇ ਸਭ ਕੁਝ ਰਹਿ ਜਾਣਾ। ਨਾਲ ਜਾਣਾ ਜੋ ਅਸੀਂ ਨਾਮ ਜਪਿਆ, ਨਾਮ ਧਨ ਨੇ ਨਾਲ ਜਾਣਾ ਹੈ। ਇਸ ਲਈ ਹੇ ਹਰ ਜਨੋ, ਹੇ ਹਰੀ ਦੇ ਭਗਤੋ, ਸਾਨੂੰ ਇਹੋ ਜਿਹਾ ਖਜ਼ਾਨਾ ਦਿਓ ਜਿਹੜਾ ਸਾਡੇ ਨਾਲ ਜਾਵੇ। ਨਿਰਗੁਣਿਆਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਪੇ। ਮੈਂ ਨਿਰਗੁਣਿਆਰਾ ਹਾਂ, ਮੇਰੇ 'ਚ ਗੁਣ ਪੈਦਾ ਕਰੋ। ਹਰ ਨਾਮ ਮੇਰਾ ਮਨ ਜਪੇ, ਤਾਂ ਜੋ ਮੇਰਾ ਮਨ हे ਪਰਮਾਤਮਾ ਤੇਰਾ ਨਾਮ ਜਪ ਸਕੇ। ਇਹ ਗੁਣ ਪੈਦਾ ਕਰੋਗੇ ਤਾਂ ਹੀ ਨਾ। ਇਹ ਵੀ ਰੱਬੀ ਗੁਣ ਹੁੰਦਾ ਹੈ ਜਿਸ ਕਰਕੇ ਮਨੁੱਖ ਨਾਮ ਜਪਦਾ। ਜੇ ਪਰਮਾਤਮਾ ਗੁਣ ਹੀ ਨਾ ਪੈਦਾ ਕਰੇ, ਮਨੁੱਖ ਹਉਮੈ ਕਹਦਾ ਮੈਂ ਬੜਾ ਗੁਣਵਾਨ ਹਾਂ, ਉਹ ਤੂੰ ਕਮਲਾ ਆਪਣੇ ਆਪ 'ਚ ਗੁਣਵਾਨ ਨਹੀਂ ਹੈ, ਤੈਨੂੰ ਪਰਮਾਤਮਾ ਨੇ ਗੁਣਵਾਨ ਬਣਾਇਆ। ਉਹ ਜਦੋਂ ਮਰਜ਼ੀ ਖੋ ਸਕਦਾ, ਇਸ ਕਦੀ ਕਹਿਣਾ। ਮੰਨ ਲਓ ਮੈਂ ਡਿੱਗ ਪੈਣਾ, ਮੇਰੇ ਸਿਰ 'ਤੇ ਸੱਟ ਵੱਜਦੀ ਹੈ, ਮੈਂ ਬੇਹੋਸ਼ ਹੋ ਜਾਂਦਾ, ਮੇਰੀ ਯਾਦ ਸ਼ਕਤੀ ਖਤਮ ਹੋ ਜਾਂਦੀ ਹੈ। ਲੈ ਹੁਣ ਤੇਰੇ ਜੀਵਨ ਦੇ ਕਿੱਥੇ ਗੁਣ ਗਏ, ਖਤਮ। ਉਹਦੇ ਦਿੱਤੇ ਹੋਏ ਨੇ, ਉਹ ਜੋ ਮਰਜ਼ੀ ਵਾਪਸ ਲੈ ਸਕਦਾ। ਉਹਦੀ ਹੋਈ ਦਿੱਤੀ ਚੀਜ਼ 'ਤੇ ਅਸੀਂ ਹਉਮੈ ਨਹੀਂ ਕਰ ਸਕਦੇ। ਆਪਣਾ ਸਾਡਾ ਕੁਛ ਹੈ ਨਹੀਂ, ਆਪਣਾ ਸਾਡਾ ਸਰੀਰ ਨਹੀਂ ਹੈ। ਇਹ ਸਰੀਰ ਵੀ ਸਾਡਾ ਨਹੀਂ। ਜੇ ਕਿਤੇ ਸਾਡਾ ਹੁੰਦਾ ਸੀ, ਮਰਨ ਵੇਲੇ ਸਰੀਰ ਸਮੇਤ ਹੀ ਚਲੇ ਜਾਂਦੇ, ਫਿਰ ਤਾਂ ਸਰੀਰ ਸਮੇਤ ਹੀ ਚਲੇ ਜਾਂਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਕੇ ਜਿਹੜਾ ਭਗਤ, ਇੱਕ ਸਨ ਧਰੂਪ ਭਗਤ, ਧਰੂਪੁਰੀ ਸਭ ਤੋਂ ਉੱਪਰ ਪੁਰੀ ਹੈ। ਉੱਥੇ ਜਾ ਕੇ ਸਾਰੀਆਂ ਪੁਰੀਆਂ ਖਤਮ ਹੋ ਜਾਂਦੀਆਂ ਨੇ। ਉਦੋਂ ਅੱਗੇ ਫਿਰ ਸਾਰਾ ਖਾਲੀ ਥਾਂ, ਕਿੰਨੀ ਦੇਰ ਸਪੇਸ ਖਾਲੀ ਹੈ। ਉਦੋਂ ਬਾਅਦ ਜਾ ਕੇ ਬਹੁਤ ਦੂਰੀ 'ਤੇ ਜਾ ਕੇ ਸੱਚਖੰਡ ਆਉਂਦਾ ਹੈ। ਜਦੋਂ ਗੁਰੂ ਨਾਨਕ ਜੀ ਧਰੂਪ ਭਗਤ ਨੂੰ ਮਿਲੇ, ਗੁਰੂ ਨਾਨਕ ਜੀ ਧਰੂਪ ਭਗਤ ਨੂੰ ਡੰਡੌਤ ਕੀਤੀ, ਭਾਈ ਤੂੰ ਮੇਰੇ ਤੋਂ ਪਹਿਲਾਂ ਦਾ ਹੈ। ਸਤਿਕਾਰ ਕੀਤਾ ਗੁਰੂ ਨਾਨਕ ਦੇਵ ਨੇ, ਵੀ ਤੇ ਸਤਿਯੁਗ ਦਾ ਬੰਦਾ ਹੈ। ਮਰਦਾਨਾ ਜੀ ਨੇ ਕਿਹਾ, ਮਰਦਾਨਾ ਜੀ ਤੁਸੀਂ ਤੇ ਧਰੂਪ ਭਗਤ ਕੋਲੇ ਠਹਿਰੋ, ਮੈਂ ਜਰਾ ਸੱਚਖੰਡ ਜਾਵਾਂ। ਗੁਰੂ ਨਾਨਕ ਦੇ ਸਰੀਰ ਸਮੇਤ ਹੀ ਸੱਚਖੰਡ ਨੂੰ ਚਲੇ ਗਏ। ਧਰੂਪ ਭਗਤ ਹੱਕਾ ਬੱਕਾ ਰਹਿ ਗਿਆ ਵੀ ਅੱਜ ਤੱਕ ਕੋਈ ਸਰੀਰ ਸਮੇਤ ਗਿਆ ਹੀ ਨਹੀਂ ਹੈਗਾ। ਜਦੋਂ ਗੁਰੂ ਨਾਨਕ ਦੇਵ ਜੀ ਵਾਪਸ ਆਏ ਨਾ, ਫਿਰ ਧਰੂਪ ਭਗਤ ਨੇ ਡੰਡੌਤ ਕੀਤੀ ਗੁਰੂ ਨਾਨਕ ਦੇਵ ਨੂੰ। ਕਹਿੰਦੇ ਕਿਆ ਬਾਤ ਹੈ, ਕਿੰਨੇ ਮਹਾਨ ਹੋ ਤੁਸੀਂ, ਅੱਜ ਤੱਕ ਸਰੀਰ ਸਮੇਤ ਗਿਆ ਹੀ ਕੋਈ ਨਹੀਂ ਸੱਚਖੰਡ ਨੂੰ। ਕਿ ਤੁਸੀਂ ਪਹਿਲੇ ਜਿਹੜੇ ਸਰੀਰ ਸਮੇਤ ਹੀ ਸੱਚਖੰਡ ਚਲੇ ਗਏ। ਸੋ ਨਹੀਂ ਤਾਂ ਸਰੀਰ ਇੱਥੇ ਹੀ ਰਹਿ ਜਾਂਦੇ ਨੇ। ਇਸ ਲਈ ਸਰੀਰ ਨਾਲ ਕੋਈ ਵੀ ਸੰਬੰਧਿਤ ਜਿਹੜੀ ਚੀਜ਼ ਹੈ ਉਹ ਨਾਲ ਨਹੀਂ ਜਾਂਦੀ। ਜਿਹੜਾ ਨਾਮ ਧਨ ਹੈ ਸਰੀਰ ਨਾਲ ਸੰਬੰਧਿਤ ਨਹੀਂ, ਇਹਦਾ ਸੰਬੰਧ ਮਨ ਨਾਲ ਹੈ, ਅਤੇ ਮਨ ਨੇ ਤਾਂ ਨਾਲ ਹੀ ਜਾਣਾ ਆਤਮਾ ਦੇ। ਆਤਮਾ ਦੇ ਮਨ ਹਮੇਸ਼ਾ ਨਾਲ ਰਹਿੰਦਾ ਹੈ। ਜਦੋਂ ਅਸੀਂ ਸਰੀਰ ਤਿਆਗਦੇ ਹਾਂ, ਇਹਦੇ ਵਿੱਚੋਂ ਇੱਕ ਸੂਖਸ਼ਮ ਸਰੀਰ ਨਿਕਲਦਾ ਹੈ। ਫਰਜ਼ ਕਰ ਮੈਂ ਕਥਾ ਕਰਦਿਆਂ ਕਰਦੇ ਮੇਰੀ ਡੈਥ ਹੋ ਜਾਂਦੀ ਹੈ,
ਅਤੇ ਤੁਹਾਡੇ ਜੋ ਕਿਸੇ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੈ ਤਾਂ ਤੁਸੀਂ ਦੇਖੋਗੇ ਇਸ ਜੈਮਲ ਸਿੰਘ ਦੇ ਵਿੱਚੋਂ ਇੱਕ ਹੋਰ ਜੈਮਲ ਸਿੰਘ ਨਿਕਲ ਰਿਹਾ। ਆਹੀ ਪੱਗ, ਇਹੀ ਕੱਪੜੇ, ਸਭ ਕੁਝ ਹੂ ਬੂ ਇਹੀ ਕੁਛ ਹੋਏਗਾ। ਪਰ ਜੇ ਮੰਨ ਲਓ ਮੈਂ ਸੂਖਸ਼ਮ ਸਰੀਰ ਤੁਹਾਡੇ ਕੋਲੋਂ ਲੰਘ ਰਿਹਾ, ਤੁਸੀਂ ਹੱਥ ਲਾਓਗੇ, ਮੈਂ ਹੱਥ 'ਚ ਨਹੀਂ ਆਵਾਂਗਾ ਕਿ ਉਹ ਸੂਖਸ਼ਮ ਹੈ। ਹੂ ਬਹੂ ਸਥੂਲ ਸਰੀਰ ਵਰਗਾ ਹੀ ਸੂਖਸ਼ਮ ਸਰੀਰ ਵਿੱਚੋਂ ਨਿਕਲਦਾ ਹੈ। ਸੂਖਸ਼ਮ ਸਰੀਰ ਭਾਵੇਂ ਸੂਖਸ਼ਮ ਹੈ, ਪਰ ਦੁੱਖ ਸੁੱਖ ਗਰਮੀ ਸਰਦੀ ਭੁੱਖ ਪਿਆਸ ਇਹ ਸਭ ਮਹਿਸੂਸ ਕਰਦਾ ਹੈ, ਮਹਿਸੂਸ ਕਰਦਾ। ਉਹਨੂੰ ਰਾਹ ਜਦੋਂ ਜੰਮ ਲੈ ਕੇ ਜਾਂਦੇ, ਉਹਨੂੰ ਭੁੱਖ ਵੀ ਲੱਗਦੀ ਹੈ, ਉਹਨੂੰ ਪਿਆਸ ਵੀ ਲੱਗਦੀ, ਉਹਨੂੰ ਗਰਮੀ ਵੀ ਲੱਗਦੀ, ਉਹਨੂੰ ਸਰਦੀ ਵੀ ਲੱਗਦੀ, ਸਭ ਮਹਿਸੂਸ ਹੁੰਦਾ। ਫਿਰ ਜੇ ਧਰਮਰਾਜ ਦੇ ਪਹੁੰਚਦਾ ਤਾਂ ਫਿਰ ਪਤਾ ਲੱਗ ਜਾਂਦਾ ਮਾੜੇ ਕਰਮ ਕੀਤੇ। ਫਿਰ ਉਹ ਸੂਖਸ਼ਮ ਸਰੀਰ ਨੂੰ ਸਜ਼ਾ ਦਿੱਤੀ ਜਾਂਦੀ ਹੈ। ਉਹ ਉਸੇ ਤਰ੍ਹਾਂ ਤਕਲੀਫ ਹੁੰਦੀ ਜਿਵੇਂ ਸਥੂਲ ਸਰੀਰ ਨੂੰ ਹੁੰਦੀ। ਸਜ਼ਾਵਾਂ ਦੇ ਕੇ ਫਿਰ ਵਿੱਚ ਆਤਮਾ ਅਤੇ ਮਨ ਫਿਰ ਅੱਡ ਹੋ ਜਾਂਦੇ ਨੇ। ਆਤਮਾ ਅਤੇ ਮਨ ਅੱਡ ਹੋ ਜਾਂਦੇ ਨੇ। ਜਿੰਨੇ ਵੀ ਅਸੀਂ ਪਿਛਲੇ ਜਨਮਾਂ ਦੇ ਜਦੋਂ ਦੇ ਅਸੀਂ ਮਨੁੱਖ ਬਣੇ ਹੋਏ ਹਾਂ, ਮੰਨ ਲਓ ਅਸੀਂ 10,000 ਸਾਲਾਂ ਤੋਂ ਮਨੁੱਖ ਬਣੇ ਆ ਰਹੇ ਹਾਂ। 10,000 ਸਾਲਾਂ ਜੋ ਅਸੀਂ ਸ਼ੁਭ ਕਰਮ ਜਾਂ ਮਾੜੇ ਕਰਮ ਕੀਤੇ ਉਹ ਮਨ ਦੇ ਵਿੱਚ ਲੱਗੇ ਹੋਏ ਨੇ, ਰਿਕਾਰਡ ਹੈ। ਉਹਦੇ ਅਨੁਸਾਰ ਫਿਰ ਸਾਨੂੰ ਨਵਾਂ ਜੀਵਨ ਦਿੰਦਾ। ਅਤੇ ਮੰਨ ਲਓ ਮੈਂ 5,000 ਕਰਮ ਹੁਣ ਤੱਕ ਕਰ ਲੈਣੇ ਚੰਗੇ ਬੰਦੇ, ਉਹਦੇ ਵਿੱਚ 1,000 ਕਰਮ ਮੰਨ ਲਓ ਭੋਗ ਲਿਆ, ਬਾਕੀ 4,000 ਕਰਮ ਅਜੇ ਬਾਕੀ ਰਹਿੰਦੇ ਨੇ। ਪਰਮਾਤਮਾ ਨੇ 500 ਕਰਮ ਲਿਖ ਕੇ ਭੇਜ ਤੇ ਗਿਆ, 500 ਕਰਮ ਤੂੰ ਭੋਗ ਰਹੇ ਨੇ, ਬਾਕੀ 4,000 ਕਰਮ ਅਜੇ ਵੀ ਤੇਰਾ ਪਿਆ ਪਿਆ। ਉਹ ਮਨ ਦੇ ਵਿੱਚ ਸਾਰੇ ਕਰਮ ਹੁੰਦੇ ਨੇ। ਉਹ ਫਿਰ ਮਨ ਕਾਰਨ ਇੱਕ ਨਵਾਂ ਸਰੀਰ ਮਿਲਦਾ। ਇਹ ਜਿਹੜੀ ਆਤਮਾ ਸੀ ਅਤੇ ਮਨ ਜਿਹੜਾ ਸੀ, ਇਹ ਫਿਰ ਨਵੇਂ ਸਰੀਰ 'ਚ ਪ੍ਰਵੇਸ਼ ਕਰ ਜਾਂਦੇ ਨੇ। ਉਹੀ ਪਹਿਲੀ ਆਤਮਾ ਜਿਹੜੀ ਹੁਣ ਮੇਰੇ ਵਿੱਚੋਂ ਨਿਕਲੇਗੀ, ਇਹ ਨਵੇਂ ਸਰੀਰ 'ਚ ਪ੍ਰਵੇਸ਼ ਕਰ ਜਾਏਗੀ। ਇਹ ਮਨ ਵੀ ਜਿਹੜਾ ਹੁਣ ਵਿੱਚੋਂ ਨਿਕਲੇਗਾ, ਸੂਖਸ਼ਮ ਸਰੀਰ ਖਤਮ ਹੋ ਜਾਏਗਾ। ਉਹ ਤਾਂ ਸਜ਼ਾ ਮਿਲ ਗਈ ਜੋ ਮਿਲਿਆ, ਉਹ ਤਾਂ ਖਤਮ। ਬਾਕੀ ਰਹਿ ਜਾਏਗਾ ਮਨ ਅਤੇ ਆਤਮਾ। ਉਹਨੂੰ ਫਿਰ ਨਵਾਂ ਸਰੀਰ ਮਿਲੇਗਾ। ਉਹ ਮਨ ਅਤੇ ਆਤਮਾ ਉਸ ਸਰੀਰ 'ਚ ਪ੍ਰਵੇਸ਼ ਕਰ ਜਾਣਗੇ ਅਤੇ ਫਿਰ ਉਸੇ ਤਰੀਕੇ ਕਰਮ ਫਿਰ ਚੱਲਦੇ ਰਹਿਣਗੇ, ਕਿਉਂਕਿ ਮਨ ਵਿੱਚ ਹੀ ਹੈ। ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਜਦੋਂ ਕਿਸੇ ਜਨਮ 'ਚ ਜਾ ਕੇ ਜਾਂ ਤਾਂ ਕਰਮ ਮੁੱਕ ਜਾਣ ਤਾਂ ਵੀ ਅਗਲਾ ਜਨਮ ਨਹੀਂ ਹੁੰਦਾ, ਜਾਂ ਕੋਈ ਇੱਛਾ ਹੀ ਨਾ ਰਹੇ, ਕੋਈ ਜੀਵਨ ਮਰਨ ਵੇਲੇ ਕੋਈ ਇੱਛਾ ਹੀ ਨਹੀਂ ਹੈਗੀ, ਤਾਂ ਵੀ ਦੁਬਾਰਾ ਜਨਮ ਨਹੀਂ ਹੁੰਦਾ, ਤਾਂ ਵੀ ਦੁਬਾਰਾ ਜਨਮ ਨਹੀਂ ਹੁੰਦਾ। ਇੱਛਾ ਹੀ ਕੋਈ ਨਹੀਂ, ਇੱਛਾ ਨੇ ਦੁਬਾਰਾ ਜਨਮ ਦਿਲਾਉਣਾ ਸੀ, ਇੱਛਾ ਹੀ ਕੋਈ ਨਹੀਂ। ਕਿਸੇ ਦੇ ਘਰ ਪੁੱਤਰ ਨਹੀਂ ਹੋਇਆ, ਮਰਨ ਤੱਕ ਇੱਛਾ ਰਹਿ ਗਈ ਪੁੱਤਰ ਹੁੰਦਾ ਮਗਰੋਂ ਸਾਂਭਦਾ, ਦੁਬਾਰਾ ਜਨਮ ਲੈਣਾ ਪਏਗਾ ਉਸ ਪੁੱਤਰ ਕਾਰਨ। ਉਹ ਪੁੱਤਰ ਦੀ ਇੱਛਾ ਕਾਰਨ ਦੁਬਾਰਾ ਜਨਮ ਲੈਣਾ ਪਵੇਗਾ। ਇਸ ਤਰ੍ਹਾਂ ਵਾਰੀ ਵਾਰੀ ਜਨਮ ਹੁੰਦੇ ਰਹਿੰਦੇ ਅਤੇ ਮਨੁੱਖ ਇਹ ਦੁੱਖ ਸੁੱਖ ਭੋਗਦਾ ਰਹਿੰਦਾ। ਸੋ ਨਾਲ ਜਾਂਦੇ ਨੇ ਸਾਡੇ ਕੀਤੇ ਹੋਏ ਚੰਗੇ ਮੰਦੇ ਕਰਮ, ਅਤੇ ਸਭ ਤੋਂ ਸ਼ੁਭ ਕਰਮ ਹੈ ਪਰਮਾਤਮਾ ਦਾ ਨਾਮ ਜਪਣਾ। ਇਹ ਨਾਮ ਧਨ ਨਾਲ ਜਾਂਦਾ ਹੈ। ਜਿਹਦੇ ਕੋਲ ਨਾਮ ਧਨ ਹੁੰਦਾ ਉਹਨੂੰ ਜਮਦੂਤ ਲੈਣ ਹੀ ਨਹੀਂ ਆਉਂਦੇ। ਨਾ ਜਮਦੂਤ ਲੈਣ ਆਉਣ, ਨਾ ਉਹ ਧਰਮਰਾਜ ਦੇ ਜਾਵੇ, ਨਾ ਉਹਨੂੰ ਕੋਈ ਸਜ਼ਾ ਮਿਲੇ। ਜਿਸ ਖੰਡ 'ਚ ਉਸਨੇ ਜਾਣਾ ਹੁੰਦਾ, ਉਸੇ ਖੰਡ ਦੇ ਫਿਰ ਜੀਵ ਉਸ ਨੂੰ ਆ ਕੇ ਲੈ ਕੇ ਜਾਂਦੇ, ਫਿਰ ਜਮਦੂਤ ਨਹੀਂ ਲੈਣ ਆਉਂਦੇ। ਜਿੱਥੇ ਉਸਨੇ ਮਰਨ ਤੋਂ ਬਾਅਦ ਜਾਣਾ ਹੈ, ਉੱਥੋਂ ਦੇ ਹੀ ਬੰਦੇ ਉਹਨੂੰ ਲੈਣ ਆਉਂਦੇ ਹਨ, ਉੱਥੇ ਲੈ ਜਾਂਦੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਹਨ, ਐਸਾ ਨਿਦਾਨ ਦੇਹੋ ਮੋਕੋ ਹਰ ਜਨ, ਚੱਲੇ ਹਮਾਰਾ ਸਾਥੇ। ਹੇ ਹਰੀ ਦੇ ਜਨੋ, ਹੇ ਪਰਮਾਤਮਾ ਦੇ ਭਗਤੋ, ਮੈਨੂੰ ਇਹੋ ਜਿਹਾ ਨਿਦਾਨ, ਇਹੋ ਜਿਹਾ ਖਜ਼ਾਨਾ ਦਿਓ ਜਿਹੜਾ ਮੇਰੇ ਮਰਨ ਤੋਂ ਬਾਅਦ ਮੇਰੇ ਨਾਲ ਜਾਵੇ। ਨਿਰਗੁਣਿਆਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਹੇ ਪਰਮਾਤਮਾ, ਮੈਂ ਤਾਂ ਨਿਰਗੁਣਿਆਰਾ ਹਾਂ, ਮੇਰੇ 'ਚ ਗੁਣ ਪੈਦਾ ਕਰ ਤਾਂ ਜੋ ਮੇਰਾ ਮਨ ਤੇਰਾ ਨਾਮ ਜਪ ਸਕੇ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਧਰਾਪੇ ਦਾ ਰੱਜ ਗਏ। ਸੰਤ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਜਾਂ ਸੰਤਾਂ ਦੀ ਕਿਰਪਾ ਨਾਲ, ਨਾਨਕ ਹਰ ਭੇਟੇ, ਫਿਰ ਪਰਮਾਤਮਾ ਮਿਲਦਾ ਹੈ। ਗੁਰੂ ਦੀ ਕਿਰਪਾ ਹੁੰਦੀ ਹੈ, ਸੰਤਾਂ ਦੀ ਕਿਰਪਾ ਹੁੰਦੀ ਹੈ, ਫਿਰ ਪਰਮਾਤਮਾ ਮਿਲਦਾ ਹੈ।
ਜਦੋਂ ਪਰਮਾਤਮਾ ਮਿਲਦਾ ਹੈ ਮਨ ਤਨ ਸੀਤਲ ਤਰਾਪੇ, ਮਨ ਸ਼ਾਂਤ ਹੋ ਜਾਂਦਾ ਹੈ, ਤਨ ਸ਼ਾਂਤ ਹੋ ਜਾਂਦਾ ਹੈ ਅਤੇ ਮਨ ਤਰਾਪੇ ਰਜ ਜਾਂਦਾ ਹੈ। ਨਹੀਂ ਤਾਂ ਮਾਇਆ ਕਰਨੇ ਰਾਜਦਾ ਹੀ ਨਹੀਂ ਹੈਗਾ। ਆਹ ਚਾਹੀਦਾ, ਆਹ ਚਾਹੀਦਾ, ਹੋਰ ਚਾਹੀਦਾ, ਆਹ ਚਾਹੀਦਾ, ਪਤਾ ਨਹੀਂ ਕਿੰਨੀਆਂ ਕਦੀ ਮੰਗਾਂ ਹੁੰਦੀਆਂ ਨੇ। ਜਦੋਂ ਫਿਰ ਪਰਮਾਤਮਾ ਮਿਲਦਾ ਹੈ ਮਨ ਰੱਜ ਜਾਂਦਾ ਹੈ, ਰੱਜ ਕੇ ਫਿਰ ਸ਼ਾਂਤ ਚਿੱਤ ਹੋ ਜਾਂਦਾ ਹੈ। ਇਸ ਲਈ ਬੇਨਤੀ ਕਰਦੇ ਰਹੀਦਾ, ਹੇ ਪਰਮਾਤਮਾ ਮੈਂ ਤੇ ਨਿਰਗੁਣਿਆਰਾ ਹਾਂ, ਮੇਰੇ 'ਚ ਗੁਣ ਪੈਦਾ ਕਰ ਤਾਂ ਜੋ ਮੈਂ ਤੇਰਾ ਨਾਮ ਜਪ ਸਕਾਂ। ਅਤੇ ਫਿਰ ਜਿਨ੍ਹਾਂ 'ਤੇ ਗੁਰੂ ਦੀ ਹੋ ਜਾਂਦੀ ਕਿਰਪਾ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ, ਅਤੇ ਜਿਨ੍ਹਾਂ ਨੂੰ ਪਰਮਾਤਮਾ ਮਿਲ ਪੈਂਦਾ ਉਹਨਾਂ ਦਾ ਮਨ ਅਤੇ ਤਨ ਸ਼ਾਂਤ ਹੋ ਜਾਂਦਾ ਅਤੇ ਮਨ ਰੱਜ ਜਾਂਦਾ। ਨਿਰਗੁਣਿਆਰੇ ਕਉ ਗੁਣ ਕੀਜੈ, ਨਿਰਗੁਣਿਆਰੇ ਕਉ ਗੁਣ ਕੀਜੈ, ਨਿਰਗੁਣਿਆਰੇ ਕਉ ਗੁਣ ਕੀਜੈ, ਨਿਰਗੁਣਿਆਰੇ ਕਉ ਗੁਣ ਕੀਜੈ। ਹਰ ਨਾਮ ਮੇਰਾ ਮਨ ਜਾਪੇ, ਹਰ ਨਾਮ ਮੇਰਾ ਮਨ ਜਾਪੇ, ਮੇਰਾ ਮਨ ਜਾਪੇ, ਹਰ ਨਾਮ ਮੇਰਾ ਮਨ ਜਾਪੇ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਸੰਤ ਪ੍ਰਸਾਦ ਨਾਨਕ ਹਰ ਭੇਟੇ, ਪ੍ਰਸਾਦ ਨਾਨਕ ਹਰ ਭੇਟੇ, ਸੰਤ ਪ੍ਰਸਾਦ ਨਾਨਕ ਹਰ ਭੇਟੇ। ਮਨ ਤਨ ਸੀਤਲ ਤਰਾਪੇ, ਮਨ ਤਨ ਸੀਤਲ ਤਰਾਪੇ, ਸੀਤਲ ਤਰਾਪੇ, ਮਨ ਤਨ ਸੀਤਲ ਤਰਾਪੇ। ਤਰਾਪੇ ਹੁੰਦਾ ਰੱਜ ਗਏ, ਰੱਜ ਜਾਂਦਾ, ਕਿਉਂਕਿ ਮਨ ਭੁੱਖਾ, ਮਨ ਜਨਮਾਂ ਜਨਮਾਂਤਾਂ ਦਾ ਭੁੱਖਾ ਹੈ। ਇਹਦੀਆਂ ਇੱਛਾਵਾਂ, ਇਹਦੀਆਂ ਤ੍ਰਿਸ਼ਨਾਵਾਂ ਮੁੱਕਦੀਆਂ ਹੀ ਨਹੀਂ ਹੈਗੀਆਂ। ਫਿਰ ਜਦੋਂ ਪਰਮਾਤਮਾ ਮਿਲਦਾ, ਨਾਮ ਜਪਦੇ ਹਾਂ, ਪਰਮਾਤਮਾ ਮਿਲਦਾ, ਫਿਰ ਮਨ ਰੱਜ ਜਾਂਦਾ ਹੈ, ਕੋਈ ਇੱਛਾ ਹੀ ਅੰਦਰ ਨਹੀਂ ਰਹਿੰਦੀ, ਤ੍ਰਿਸ਼ਨਾ ਹੀ ਕੋਈ ਨਹੀਂ ਰਹਿ ਜਾਂਦੀ। ਗੌੜੀ ਮਹਿਲਾ ਪੰਜਵਾਂ। ਸਹਿਜ ਸਮਾਇਓ ਦੇਵ, ਮੋਹ ਕੋ ਸਤਿਗੁਰ ਪਏ ਦਿਆਲ ਦੇਵ। ਜਦੋਂ ਕਹਿੰਦਾ ਮੇਰੇ 'ਤੇ ਸਤਿਗੁਰੂ ਨੇ ਦਇਆ ਕੀਤੀ, ਮੋਹ ਕੋ ਸਤਿਗੁਰ ਪਏ ਦਿਆਲ ਦੇਵ, ਦੇਵ ਪਰਮਾਤਮਾ ਨੂੰ ਕਹਿੰਦੇ। ਹੇ ਪਰਮਾਤਮਾ, ਜਦੋਂ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ, ਮੇਰੇ 'ਤੇ ਦਇਆ ਕੀਤੀ, ਸਹਿਜ ਸਮਾਇਓ ਦੇਵ, ਹੇ ਪਰਮਾਤਮਾ ਮੈਂ ਸਹਿਜੇ ਹੀ ਤੇਰੇ ਵਿੱਚ ਲੀਨ ਹੋ ਗਿਆ। ਮੈਨੂੰ ਕੋਈ ਉਚੇਚ ਨਹੀਂ ਕਰਨੀ ਪਈ ਵਿਸ਼ੇਸ਼ ਤੌਰ 'ਤੇ, ਮੈਂ ਸਹਿਜੇ ਹੀ ਤੇਰੇ 'ਚ ਸਮਾ ਗਿਆ, ਤੇਰੇ ਵਿੱਚ ਲੀਨ ਹੋ ਗਿਆ ਕਿ ਗੁਰੂ ਨੇ ਮੇਰੇ 'ਤੇ ਦਇਆ ਕਰਤੀ। ਗੁਰੂ ਨੇ ਮੇਰੇ 'ਤੇ ਦਇਆ ਕੀਤੀ ਅਤੇ ਮੈਂ ਸਹਿਜ ਸੁਭਾਅ ਤੇਰੇ ਵਿੱਚ ਲੀਨ ਹੋ ਗਿਆ। ਕਾਟ ਜੇਵਰੀ ਕੀਓ ਦਾਸਰੋ, ਸੰਤਨ ਟਹਿਲਾਇਓ। ਕਹਿੰਦੇ ਮੈਂ ਅਸੀਂ ਪਰਮਾਤਮਾ ਨੇ ਕੀ ਕੀਤਾ, ਜੇਵਰੀ ਹੁੰਦੀ ਹੈ, ਹਿੰਦੀ ਦਾ ਸ਼ਬਦ ਹੈ ਜੇਵੜੀ, ਰੱਸੀ, ਫਾਹੀ ਜਿਹਨੂੰ ਕਹਿੰਦੇ। ਕਾਹਦੀ ਫਾਹੀ? ਮੋਹ ਮਾਇਆ ਦੀ। ਪਰਮਾਤਮਾ ਨੇ ਮੋਹ ਮਾਇਆ ਦੀ ਮੇਰੀ ਫਾਹੀ ਕੱਟ ਕੇ ਸਾਨੂੰ ਆਪਣਾ ਦਾਸ ਬਣਾ ਲਿਆ। ਸੰਤਨ ਟਹਿਲਾਇਓ, ਟਹਿਲ ਲਾਇਓ, ਟਹਿਲਾਇਓ ਦੋ ਸ਼ਬਦਾਂ ਤੋਂ ਬਣਿਆ, ਟਹਿਲ ਲਾਇਓ, ਸੇਵਾ ਵਿੱਚ ਲਾਤਾ। ਪਰਮਾਤਮਾ ਨੇ ਕੀਤਾ ਮੈਨੂੰ ਸੰਤਾਂ ਦੀ ਸੇਵਾ 'ਚ ਲਾਤਾ ਵੀ ਚੰਗਾ ਭਾਈ ਸੇਵਾ ਕਰਿਆ ਕਰ। ਪਰਮਾਤਮਾ ਨੇ ਮੇਰੀ ਮੋਹ ਮਾਇਆ ਦੀ ਰੱਸੀ ਫਾਹੀ ਕੱਢ ਦਿੱਤੀ ਅਤੇ ਮੈਨੂੰ ਸੰਤਾਂ ਦੀ ਸੇਵਾ 'ਚ ਲਾ ਦਿੱਤਾ। ਏਕ ਨਾਮ ਕੋ ਥੀਓ ਪੁਜਾਰੀ, ਮੈਂ ਕਦੇ ਇੱਕ ਨਾਮ ਦੀ ਪੂਜਾ ਕਰਨ ਲੱਗ ਪਿਆ, ਇੱਕ ਨਾਮ ਦਾ ਪੁਜਾਰੀ ਹੋ ਗਿਆ।
ਭਾਵ ਮੈਂ ਨਾਮ ਜਪਣਾ ਸ਼ੁਰੂ ਕਰਤਾ ਬਸ, ਹੋਰ ਕਿਸੇ ਦੀ ਕੋਈ ਪੂਜਾ ਨਹੀਂ ਕੀਤੀ। ਏਕ ਨਾਮ ਕੋ ਥੀਓ ਪੁਜਾਰੀ, ਮੋਹ ਕੋ ਅਚਰਜ ਗੁਰੈ ਦਿਖਾਇਓ। ਇਹਨੂੰ ਅਚਰਜ ਨਹੀਂ ਪੜ੍ਹਨਾ, ਪੂਰਾ ਸ਼ਬਦ ਹੈ ਅਸਚਰਜ, ਆੜਾ ਸੱਸਾ, ਪੂਰਾ ਸ਼ਬਦ ਹੈ ਅਸਚਰਜ, ਉਹ ਤੋਂ ਛੋਟਾ ਬਣਿਆ ਅਚਰਜ। ਮੋਹ ਕੋ ਅਚਰਜ ਗੁਰੈ ਦਿਖਾਇਓ। ਅਚਰਜ ਭਾਵ ਤੇ ਪਰਮਾਤਮਾ ਤੋਂ, ਗੁਰੂ ਨੇ ਮੈਨੂੰ ਪਰਮਾਤਮਾ ਦਿਖਾਤਾ। ਹੁਣ ਕਹਿੰਦੇ ਉਹਦੇ ਨਾਮ ਦਾ ਮੈਂ ਪੁਜਾਰੀ ਹੋ ਗਿਆ ਹਾਂ, ਮੈਂ ਪਰਮਾਤਮਾ ਦੀ ਪੂਜਾ ਕਰਦਾ, ਮੈਂ ਉਸੇ ਦਾ ਹੀ ਨਾਮ ਜਪਦਾ ਹਾਂ। ਭਇਓ ਪ੍ਰਗਾਸ ਸਰਬ ਉਜਿਆਰਾ, ਗੁਰ ਗਿਆਨ ਮਨੈ ਪ੍ਰਗਟਾਇਓ। ਗੁਰੂ ਨੇ ਕੀਤਾ ਗੁਰ ਗਿਆਨ ਮਨੈ ਪ੍ਰਗਟਾਇਓ। ਗੁਰੂ ਨੇ ਰੱਬੀ ਗਿਆਨ ਮੇਰੇ ਮਨ ਵਿੱਚ ਪ੍ਰਗਟ ਕਰਤਾ। ਗੁਰ ਗਿਆਨ ਮਨੈ ਪ੍ਰਗਟਾਇਓ, ਗੁਰੂ ਨੇ ਰੱਬੀ ਗਿਆਨ ਮੇਰੇ ਮਨ 'ਚ ਪ੍ਰਗਟ ਕਰਤਾ। ਫਿਰ ਕੀ ਹੋਇਆ? ਭਇਓ ਪ੍ਰਗਾਸ ਸਰਬ ਉਜਿਆਰਾ, ਸਾਰੇ ਪਾਸੇ ਚਾਨਣੀ ਚਾਨਣ ਹੋ ਗਿਆ। ਉਜਿਆਰਾ ਉਜਿਆਲਾ ਚਾਨਣ ਨੂੰ ਕਹਿੰਦੇ ਨੇ। ਸਾਰੇ ਪਾਸੇ ਆ ਟਿਊਬਾਂ ਦਾ ਚਾਨਣ ਨਹੀਂ, ਗਿਆਨ ਦਾ ਚਾਨਣ, ਸਾਰੇ ਪਾਸੇ ਗਿਆਨ ਦਾ ਚਾਨਣ, ਰੱਬੀ ਗਿਆਨ ਦਾ ਚਾਨਣ ਹੀ ਚਾਨਣ ਹੋ ਗਿਆ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅੰਨ ਪੈ ਠਹਿਰਾਇਓ। ਮੈਂ ਜਦੋਂ ਨਾਮ ਅੰਮ੍ਰਿਤ ਪੀਤਾ, ਅੰਮ੍ਰਿਤ ਨਾਮ ਪੀਓ, ਜਦੋਂ ਮੈਂ ਨਾਮ ਅੰਮ੍ਰਿਤ ਪੀਤਾ, ਮਨ ਤ੍ਰਿਪਤਿਆ, ਮਨ ਤ੍ਰਿਪਤ ਹੋ ਗਿਆ, ਮਨ ਰੱਜ ਗਿਆ। ਅੰਨ ਭੈ ਹੁੰਦਾ ਹੋਰ ਭੈ, ਹੋਰ ਡਰ, ਠਹਿਰਾਇਓ ਖਤਮ ਹੋ ਗਏ, ਅਤੇ ਹੋਰ ਸਾਰੇ ਡਰ ਪਰਮਾਤਮਾ ਨੇ ਰੋਕਤੇ। ਬਸ ਮੇਰੇ ਬਾਕੀ ਸਾਰੇ ਡਰ ਖਤਮ ਹੋ ਗਏ। ਮੈਂ ਨਾਮ ਅੰਮ੍ਰਿਤ ਪੀਤਾ, ਮਨ ਤ੍ਰਿਪਤ ਹੋ ਗਿਆ, ਮੇਰਾ ਮਨ ਰੱਜ ਗਿਆ ਹੈ। ਮਾਨ ਆਗਿਆ ਸਰਬ ਸੁਖ ਪਾਏ, ਦੁਖੇ ਠਾਉ ਗਵਾਇਓ। ਮੈਂ ਪਰਮਾਤਮਾ ਦੇ ਹੁਕਮ ਨੂੰ ਮੰਨਿਆ, ਮੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ। ਮਾਨ ਆਗਿਆ ਸਰਬ ਸੁਖ ਪਾਏ, ਪਰਮਾਤਮਾ ਦੀ ਜਾਂ ਗੁਰੂ ਦੀ ਆਗਿਆ ਮੰਨ ਕੇ ਮੈਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ। ਦੁੱਖ ਹੈ ਠਾਉ ਗਵਾਇਆ, ਦੁੱਖਾਂ ਦੀ ਥਾਂ ਹੀ ਖਤਮ ਹੋ ਗਈ। ਹੁਣ ਦੁੱਖਾਂ ਲਈ ਕੋਈ ਥਾਂ ਹੀ ਨਹੀਂ ਕਹਿੰਦੇ ਰਹੇ, ਦੁੱਖ ਵੀ ਸਮਾਪਤ ਹੋ ਗਏ। ਜੋ ਸੋ ਪ੍ਰਸੰਨ ਭਏ ਪ੍ਰਭ ਠਾਕੁਰ, ਸਭ ਆਨੰਦ ਆ ਲੰਮਾ ਕਰਨਾ, ਸਭ ਆਨੰਦ ਰੂਪ ਦਿਖਾਇਓ। ਕਿ ਜਦੋਂ ਪਰਮਾਤਮਾ ਖੁਸ਼ ਹੋ ਗਿਆ, ਜਦੋਂ ਸੋ ਪ੍ਰਸੰਨ ਖੁਸ਼ ਹੋ ਗਿਆ, ਭਏ ਪ੍ਰਭ ਠਾਕੁਰ, ਪਰਮਾਤਮਾ ਮਾਲਕ ਜਦੋਂ ਖੁਸ਼ ਹੋਇਆ, ਸਭ ਆਨੰਦ ਰੂਪ ਦਿਖਾਇਓ। ਸਾਰੇ ਪਾਸੇ ਮੈਨੂੰ ਆਨੰਦ ਹੀ ਆਨੰਦ ਦਿਖਾਈ ਦੇ ਰਿਹਾ। ਪਰਮਾਤਮਾ ਨੂੰ ਆਨੰਦ ਕਹਿੰਦੇ ਨੇ, ਸਾਰੇ ਪਾਸੇ ਪਰਮਾਤਮਾ ਦਾ ਰੂਪ ਹੀ ਮੈਨੂੰ ਦਿਖਾਈ ਦੇ ਰਿਹਾ ਹੈ। ਅਤੇ ਫਿਰ ਪਤਾ ਲੱਗਾ, ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰਾਇਆ। ਨਾ ਕਿਛ ਆਵਤ, ਨਾ ਕੋਈ ਜੰਮਦਾ ਹੈ, ਨਾ ਕਿਛ ਜਾਵਤ, ਨਾ ਕੁਝ ਮਰਦਾ ਹੈ। ਇਹ ਤਾਂ ਸਿਰਫ ਪਰਮਾਤਮਾ ਦਾ ਖੇਲ ਹੈ। ਅਸੀਂ ਜੰਮਦੇ ਮਰਦੇ ਨਹੀਂ ਹਾਂ। ਧਰਮ ਕਹਿੰਦਾ ਅਸੀਂ ਸਿਰਫ ਪਹਿਰਾਵਾ ਬਦਲਦੇ ਹਾਂ, ਅਸੀਂ ਸਰੀਰ ਬਦਲਦੇ ਹਾਂ। ਆਤਮਾ ਜੋ ਅਸੀਂ ਹਾਂ ਉਹ ਤਾਂ ਆਤਮਾ ਹੈ, ਅਸੀਂ ਸਰੀਰ ਨਹੀਂ ਹਾਂ। ਆਪਾਂ ਕਹਿੰਦੇ ਮੇਰਾ ਸਿਰ ਦੁਖਦਾ ਜੀ, ਮੇਰਾ ਸਿਰ, ਮੇਰਾ ਸਰੀਰ, ਮੇਰੀਆਂ ਲੱਤਾਂ, ਮੇਰੀਆਂ ਬਾਹਾਂ, ਇਹ ਮੇਰੀਆਂ ਨੇ, ਮੈਂ ਨਹੀਂ ਹਾਂ। ਮੈਂ ਸਰੀਰ ਨਹੀਂ ਹਾਂ, ਮੇਰਾ ਸਰੀਰ। ਅਸੀਂ ਸਰੀਰ ਨਹੀਂ ਹਾਂ, ਅਸੀਂ ਸਰੀਰ ਧਾਰਨ ਕੀਤਾ ਹੋਇਆ, ਅਸੀਂ ਤਾਂ ਆਤਮਾ ਹਾਂ। ਅਤੇ ਆਤਮਾ ਕਦੇ ਮਰਦੀ ਹੋਈ ਨਹੀਂ ਹੈ। ਆਤਮਾ ਨਾ ਪੈਦਾ ਹੋਵੇ ਨਾ ਮਰੇ। ਜਿਵੇਂ ਤੁਸੀਂ ਦਿਨੇ ਹੋਰ ਕੱਪੜੇ ਪਾਏ, ਰਾਤ ਨੂੰ ਸੌਣ ਵੇਲੇ ਹੋਰ ਪਾ ਲੈਂਦੇ ਹੋ, ਤੁਸੀਂ ਤਾਂ ਹੋ, ਕੱਪੜੇ ਬਦਲਣਾ ਤੁਸੀਂ ਤਾਂ ਹੋ ਨਾ। ਤੁਸੀਂ ਜੋ ਦਿਨੇ ਸੀ ਰਾਤ ਨੂੰ ਵੀ ਉਹੀ ਹੋ ਨਾ, ਤੁਸੀਂ ਤਾਂ ਹੋ। ਕੱਪੜੇ ਬਦਲ ਗਏ ਨੇ, ਕੱਪੜੇ ਪਾਟ ਵੀ ਗਏ ਨੇ, ਕੱਪੜੇ ਪੁਰਾਣੇ ਵੀ ਹੋ ਗਏ, ਕੱਪੜੇ ਇਸ ਨੂੰ ਸੁੱਟ ਵੀ ਦਿੱਤਾ, ਪਰ ਅਸੀਂ ਤਾਂ ਹਾਂ ਨਾ। ਇਸ ਲਈ ਕੁਝ ਜੰਮਦਾ ਮਰਦਾ ਨਹੀਂ ਹੈ, ਸਿਰਫ ਅਸੀਂ ਸਰੀਰ ਬਦਲਦੇ ਹਾਂ। ਬਸ ਅਸੀਂ ਜਿਉਂਦੇ ਹਾਂ, ਹੋਰ ਸਰੀਰ ਚਲੇ ਜਾਂਦੇ ਹਾਂ, ਫਿਰ ਉਹ ਸਰੀਰ ਛੱਡ ਦਿੰਦੇ ਹਾਂ। ਲੋਕ ਨੇ ਮਰ ਗਿਆ ਜੀ, ਲੋਕ ਮਰ ਗਿਆ। ਉਹ ਬੰਦਾ ਵੇਖਦਾ, ਯਾਰ ਮੈਂ ਤਾਂ ਜਿਉਂਦਾ ਹੈ, ਉਹੀ ਰੋਈ ਪਿੱਟੀ ਜਾਂਦੇ ਹਨ, ਮੈਂ ਤਾਂ ਆਪਣੇ ਪੁਰਾਣੇ ਕੱਪੜੇ ਲਾਹਤੇ, ਹੁਣ ਨਵੇਂ ਪਾ ਲਾਂਗਾ। ਹਾਂਜੀ, ਤਾਂ ਹੈ। ਫਿਰ ਉੱਥੇ ਜਾ ਕੇ ਸਮਝ ਆਉਂਦੀ ਮਨੁੱਖ ਨੂੰ। ਅਤੇ ਫਿਰ ਮਨੁੱਖ ਕਹਿੰਦੇ, ਨਾ ਕਿਛ ਆਵਤ ਨਾ ਕਿਛ ਜਾਵਤ,
ਨਾ ਕੁਝ ਜੰਮਦਾ ਨਾ ਕੁਝ ਮਰਦਾ, ਸਭ ਖੇਲ ਕਿਉ ਹਰ ਰਾਇਓ। ਇਹ ਤੇ ਪਰਮਾਤਮਾ ਦਾ ਖੇਲ ਹੈ। ਕਹੋ ਨਾਨਕ ਅਗੰਮ ਅਗੰਮ ਹੈ ਠਾਕੁਰ। ਅਗੰਮ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਗੰਮ ਹੁੰਦਾ ਪਹੁੰਚਣਾ, ਅਗੰਮ ਹੁੰਦਾ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਪਰਮਾਤਮਾ ਅਗੰਮ ਹੈ, ਅਗੰਮ ਹੈ, ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਉਹ ਅਪਹੁੰਚ ਹੈ। ਭਗਤ ਟੇਕ ਹਰ ਨਾਇਓ। ਭਗਤਾਂ ਨੂੰ ਤੇ ਪਰਮਾਤਮਾ ਦੇ ਨਾਇਓ ਮੈਨੇ ਨਾਮ, ਪਰਮਾਤਮਾ ਦੇ ਨਾਮ ਦੀ ਟੇਕ ਹੈ। ਨਾਇਓ ਫਾਰਸੀ ਦਾ ਸ਼ਬਦ ਹੈ। ਨਾਏ ਨੰਨੇ ਨਕੰਨਾ ਈੜੇ ਨਸਹਿਰੀ, ਨਾਏ ਇਹ ਫਾਰਸੀ ਦਾ ਸ਼ਬਦ ਹੈ। ਨਾਮ ਨਾਏ ਹਿੰਦੀ ਪੰਜਾਬੀ ਦੇ ਸ਼ਬਦ ਹੈ। ਨਾਮ ਨੱਕ ਰਾਹੀਂ ਬੋਲੋਗੇ, ਨਾਏ ਬੋਲੋਗੇ ਤਾਂ ਹਿੰਦੀ ਪੰਜਾਬੀ ਦਾ ਹੋ ਜਾਏਗਾ, ਨਾਏ ਬੋਲੋਗੇ ਫਾਰਸੀ ਦਾ ਹੋਏਗਾ। ਇਸ ਲਈ ਨਾਇਓ, ਭਗਤ ਟੇਕ ਹਰ ਨਾਇਓ। ਨਾਇਓ ਮੈਨੇ ਨਾਮ। ਭਗਤਾਂ ਨੂੰ ਤਾਂ ਹਰੀ ਦੇ ਨਾਮ ਦੀ ਹੀ ਟੇਕ ਹੈ, ਉਹਨਾਂ ਦੇ ਨਾਮ ਦਾ ਹੀ ਓਟ ਆਸਰਾ ਹੈ। ਸਾਨੂੰ ਤਾਂ ਕਿਸੇ ਬਾਪੂ ਦਾ ਆਸਰਾ, ਕਿਸੇ ਨੂੰ ਬੇਬੇ ਦਾ ਆਸਰਾ, ਕਿਸੇ ਨੂੰ ਭਰਾ ਦਾ ਆਸਰਾ, ਕਿਸੇ ਨੂੰ ਕਿਸੇ ਅਫਸਰ ਦਾ ਆਸਰਾ, ਕਿਸੇ ਨੂੰ ਕਿਸੇ ਪੋਲੀਟੀਕਲ ਬੰਦੇ ਦਾ ਆਸਰਾ ਹੈ। ਸਾਡੇ ਆਸਰੇ ਹੋਰ ਨੇ, ਭਗਤਾਂ ਦੇ ਤਾਂ ਇੱਕੋ ਹੀ ਆਸਰਾ ਹੈ, ਉਹ ਹੈ ਪਰਮਾਤਮਾ ਦਾ ਨਾਮ। ਜਿੱਥੇ ਨਾਮ ਹੋਏਗਾ ਉੱਥੇ ਪਰਮਾਤਮਾ ਹੋਏਗਾ। ਬਸ ਜਿੱਥੇ ਨਾਮ ਹੋਏਗਾ ਉੱਥੇ ਪਰਮਾਤਮਾ ਹੋਏਗਾ। ਪਰਮਾਤਮਾ ਕਿੱਥੇ ਵਸਦਾ ਹੈ? ਉਹ ਸੱਚਖੰਡ 'ਚ ਵੀ ਵਸਦਾ। ਪਰਮਾਤਮਾ ਸਾਡੇ ਸਾਰਿਆਂ ਦੇ ਵਿੱਚ ਵੀ ਵਸਦਾ ਹੈ। ਪਰਮਾਤਮਾ ਉਹਦੇ ਨਾਮ ਦੇ ਵਿੱਚ ਵੀ ਵਸਦਾ ਹੈ। ਗੁਰੂ ਮਹਾਰਾਜ ਸੱਚਖੰਡ 'ਚ ਵੀ ਵਸਦੇ ਨੇ, ਗੁਰੂ ਮਹਾਰਾਜ ਆਪਣੀ ਬਾਣੀ 'ਚ ਵੀ ਵਸਦੇ ਨੇ, ਗੁਰੂ ਮਹਾਰਾਜ ਆਪਣੀ ਬਾਣੀ 'ਚ ਵੀ ਵਸਦੇ ਨੇ, ਅਤੇ ਗੁਰੂ ਮਹਾਰਾਜ ਸੱਚਖੰਡ ਵੀ ਵਸਦੇ ਨੇ। ਪਰਮਾਤਮਾ ਸੱਚਖੰਡ 'ਚ ਵੀ ਵਸਦਾ ਹੈ। ਪਰਮਾਤਮਾ ਸਾਡੇ ਸਾਰਿਆਂ ਦੇ ਵਿੱਚ ਵਸਦਾ ਹੈ, ਅਤੇ ਪਰਮਾਤਮਾ ਆਪਣੇ ਨਾਮ ਦੇ ਵਿੱਚ ਵਸਦਾ। ਜੇ ਤੁਸੀਂ ਨਾਮ ਜਪਦੇ ਹੋ, ਪਰਮਾਤਮਾ ਸੁਣ ਰਿਹਾ, ਤੁਹਾਨੂੰ ਵੇਖ ਰਿਹਾ ਵੀ ਹਾਂ ਭਾਈ ਮੇਰਾ ਨਾਮ ਜਪਦਾ ਵੇ, ਬੱਲੇ ਬਈ ਬੱਲੇ। ਬੋਲ ਫਿਰ ਕੀ ਚਾਹੁੰਦੇ? ਗੁਰੂ ਦੀ ਪਰਮਾਤਮਾ ਦੀ ਮਰਜ਼ੀ ਇੱਛਾ ਪੂਰੀ ਕਰ ਦਿੰਦਾ। ਵਡਿਆਈ ਚੰਗੀ ਲੱਗਦੀ ਹੈ। ਪਰਮਾਤਮਾ ਨੂੰ ਆਪਣੀ ਵਡਿਆਈ ਵੀ ਚੰਗੀ ਲੱਗਦੀ ਹੈ, ਆਪਣੇ ਭਗਤਾਂ ਦੀ ਹੁੰਦੀ ਹੋਈ ਵਡਿਆਈ ਵੀ ਚੰਗੀ ਲੱਗਦੀ ਹੈ। ਜਦੋਂ ਪਰਮਾਤਮਾ ਦੇ ਭਗਤਾਂ ਦੀ, ਸੰਤਾਂ ਮਹਾਤਮਾ ਦੀ, ਗੁਰੂਆਂ ਦੀ ਕੋਈ ਵਡਿਆਈ ਕਰਦਾ ਨਾ, ਪਰਮਾਤਮਾ ਬੜਾ ਚੰਗਾ ਲੱਗਦਾ ਵੀ ਹਾਂ ਇਹ ਮੇਰੀ ਭਜਨਬੰਦੀ ਕਰਦੇ, ਲੋਕ ਵਡਿਆਈ ਕਰਦੇ। ਇਸ ਲਈ ਪਰਮਾਤਮਾ ਆਪਣੇ ਨਾਮ ਦੇ ਵਿੱਚ ਹੈ। ਤਾਂ ਹੀ ਕਹਿੰਦੇ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ, ਪਰਮਾਤਮਾ ਮਿੱਤਰ ਬਣ ਕੇ ਤੁਹਾਡੀ ਸਹਾਇਤਾ ਕਰੇਗਾ, ਕਿਉਂਕਿ ਪਰਮਾਤਮਾ ਆਪਣੇ ਨਾਮ ਦੇ ਵਿੱਚ ਹੈ। ਇਸ ਲਈ ਕਹਿੰਦੇ ਭਗਤ ਟੇਕ ਹਰ ਨਾਇਓ। ਭਗਤਾਂ ਨੂੰ ਹਰੀ ਦੇ ਨਾਮ ਦਾ ਹੀ ਓਟ ਆਸਰਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ